ਡੀਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਉਹ ਆਪਣੀ ਮਾਂ ਤੋਂ ਪਹਿਲਾ ਸਬਕ ਲੈਂਦਾ ਹੈ। ਹੌਲੀ ਹੌਲੀ ਮਾਂ ਤੋਂ ਸਿੱਖਦਾ ਜਦੋਂ ਵੱਡਾ ਹੁੰਦਾ ਜਾਂਦਾ ਹੈ, ਦੋਸਤ ਮਿਲਦੇ ਨੇ, ਸਕੂਲ ਕਾਲਜ ਦੇ ਵਿੱਚ ਜਾਂਦਾ ਹੈ, ਸਿੱਖਣ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ। ਵਿੱਦਿਆ ਵਿਕਾਸ ਨਾਲੋਂ ਨਾਲ ਚੱਲਦੇ ਨੇ। ਮਨੁੱਖੀ ਕਦਰਾਂ ਕੀਮਤਾਂ ਵੀ ਇਸੇ ਦਾ ਹੀ ਅੰਗ ਹੈ। ਕਹਿੰਦੇ ਨੇ ਕਿ ਜੇ ਗਿਆਨ ਦਾ ਪਸਾਰ ਨਾ ਹੋਵੇ ਤਾਂ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਵਿਕਾਸ ਦੇ ਵਿੱਚ ਖੜੋਤ ਆ ਜਾਂਦੀ ਹੈ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਐਵੇਂ ਨਹੀਂ ਕਿਹਾ ਜਾਂਦਾ। ਇਹ ਮਨੁੱਖੀ ਕਦਰਾਂ ਕੀਮਤਾਂ ਸਾਡੀ ਵਿੱਦਿਆ ਅਤੇ ਵਿਕਾਸ ਦੇ ਨਾਲ ਕਿਵੇਂ ਜੁੜੀਆਂ ਹੋਈਆਂ ਨੇ, ਇਸੇ ਦੇ ਬਾਬਤ ਸਾਡਾ ਅੱਜ ਦਾ ਵਿਸ਼ਾ ਹੈ ਵਿੱਦਿਆ ਅਤੇ ਵਿਕਾਸ। ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਡਾਕਟਰ ਦਵਿੰਦਰ ਸੈਫੀ, ਜੋ ਕਿ ਸਾਹਿਤ ਦੀਆਂ ਕਈ ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ। ਕਵਿਤਾਵਾਂ, ਆਲੋਚਨਾ, ਲੇਖ ਇਹਨਾਂ ਦੇ ਨਿੱਤ ਅਖਬਾਰਾਂ ਦੇ ਵਿੱਚ ਛਪਦੇ ਨੇ, ਭਾਵੇਂ ਉਹ ਮਹਾਮਾਨਵ ਹੋਵੇ ਜਾਂ ਦੁਪਹਿਰ ਦਾ ਸਫ਼ਾ ਹੋਵੇ। ਕਈ ਮਾਨ ਸਨਮਾਨ ਵੀ ਇਹਨਾਂ ਨੂੰ ਮਿਲੇ ਨੇ, ਜਿਨ੍ਹਾਂ ਦੇ ਵਿੱਚੋਂ ਹਾਲ ਹੀ ਦੇ ਵਿੱਚ ਇਹਨਾਂ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਦੇ ਨਾਲ ਵੀ ਪੰਥ ਰਤਨ ਗਿਆਨੀ ਦਿੱਤ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਓ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਰੀਮਾ ਜੀ, ਧੰਨਵਾਦ। ਬਹੁਤ ਸਾਰਾ ਸ਼ੁਕਰਾਨਾ ਪੂਰੀ ਦੂਰਦਰਸ਼ਨ ਟੀਮ ਦਾ, ਔਰ ਮੇਰੇ ਦੇਖ ਰਹੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹਨਾਂ ਨੂੰ ਮੇਰੇ ਵੱਲੋਂ ਨਮਸਕਾਰ ਸਜਦਾ ਹੈ ਜੀ। ਜੇ ਅਸੀਂ ਗੱਲ ਕਰੀਏ ਵਿੱਦਿਆ ਦੀ, ਵਿਕਾਸ ਦੀ, ਤਾਂ ਇਹ ਜਿਹੜੀ ਵਿੱਦਿਆ ਹੈ, ਗਿਆਨ ਅਤੇ ਵਿੱਦਿਆ ਦੇ ਵਿੱਚ ਕਈ ਵਾਰੀ ਅੰਤਰ ਕਰ ਲਿਆ ਜਾਂਦਾ ਹੈ। ਅਸੀਂ ਸਕੂਲੀ ਪੜ੍ਹਾਈ ਕਰਦੇ ਹਾਂ, ਜਮਾਤ ਦਰ ਜਮਾਤ ਅੱਗੇ ਵੱਧਦੇ ਹਾਂ, BA ਕਰ ਲਈ, MA ਕਰ ਲਈ, ਡਿਗਰੀਆਂ ਲੈ ਲਈਆਂ। ਕੀ ਇਹੀ ਵਿੱਦਿਆ ਹੈ? ਵਿੱਦਿਆ ਦਾ ਅਰਥ ਹੁੰਦਾ ਜੀ ਜਾਣਨ ਦੀ ਕਿਰਿਆ ਜੀ। ਵਿੱਦ ਦਾ ਮਤਲਬ ਹੀ ਜਾਣਨਾ ਹੀ ਹੁੰਦਾ। ਵਿੱਦ ਸ਼ਬਦ ਤੋਂ ਹੀ ਗਾਂ ਵਿੱਦਿਆ ਬਣਿਆ ਸੀਗਾ ਜੀ। ਸੋ ਜਿਵੇਂ ਜਿਵੇਂ ਮਨੁੱਖ ਨੇ ਵਿਕਾਸ ਕੀਤਾ, ਜਿਵੇਂ ਜਿਵੇਂ ਜ਼ਿੰਦਗੀ ਦੇ ਵਿੱਚ ਉਹਦੀਆਂ ਚੁਣੌਤੀਆਂ ਵਧੀਆਂ, ਤਾਂ ਉਵੇਂ ਉਵੇਂ ਵਿੱਦਿਆਵਾਂ ਦਾ ਵੀ ਵਿਕਾਸ ਹੋਇਆ ਜੀ। ਕੋਈ ਜ਼ਮਾਨਾ ਸੀ ਜਦੋਂ ਸਾਰੀਆਂ ਵਿੱਦਿਆ ਇੱਕ ਫਿਲਾਸਫੀ ਦੇ ਵਿੱਚ ਹੀ ਆ ਜਾਂਦੀਆਂ ਸੀ, ਦਰਸ਼ਨ ਸ਼ਾਸਤਰ ਦੇ ਵਿੱਚ ਹੀ ਆ ਜਾਂਦੀਆਂ ਸੀ ਜੀ। ਪਰ ਫਿਰ ਜਦੋਂ ਦਰਸ਼ਨ ਸ਼ਾਸਤਰ ਦੇ ਵਿੱਚ ਅਲੱਗ ਹੋ ਗਿਆ, ਦਰਸ਼ਨ ਸ਼ਾਸਤਰ ਸਾਇੰਸ ਅਲੱਗ ਹੋ ਗਈ, ਫਿਰ ਦਰਸ਼ਨ ਸ਼ਾਸਤਰ ਦੇ ਵੀ ਬੜੇ ਅਲੱਗ-ਅਲੱਗ ਸ਼ਾਖਾਵਾਂ, ਅਲੱਗ-ਅਲੱਗ ਜਿਹੜੇ ਪਹਿਲੂ ਨੇ, ਜਿਵੇਂ ਮਨੋਵਿਗਿਆਨ ਹੈ, ਤਰਕ ਹੈ, ਧਰਮ ਹੈ, ਰੂਹਾਨੀ ਵਿੱਦਿਆ ਹੈ, ਜੋਤਿਸ਼ ਵਿੱਦਿਆ ਹੈ, ਇਹ ਸਾਰਾ ਕੁਝ ਦਰਸ਼ਨ ਸ਼ਾਸਤਰ ਦੇ ਵਿੱਚ ਆ ਗਿਆ ਜੀ। ਫਿਰ ਉਸ ਤੋਂ ਬਾਅਦ ਸਾਇੰਸ ਹੈ। ਸਾਇੰਸ ਦੇ ਵਿੱਚ ਪਹਿਲਾਂ ਇਕੱਲੀ ਸਾਇੰਸ, ਫਿਰ ਉਸ ਤੋਂ ਬਾਅਦ ਰਸਾਇਣ ਵਿਗਿਆਨ, ਖਗੋਲ ਵਿਗਿਆਨ, ਫਿਜ਼ਿਕਸ, ਜੀਵ ਵਿਗਿਆਨ। ਫਿਰ ਜੀਵ ਵਿਗਿਆਨ ਦੇ ਵੀ ਕਿੰਨੇ ਹਿੱਸੇ ਬਣ ਗਏ ਜੀ, ਸਰੀਰ ਵਿਗਿਆਨ, ਵੈਦਗੀ। ਸੋ ਇਹ ਵਿੱਦਿਆ ਦੇ ਪਸਾਰ ਸਾਹਿਤ ਆ। ਜਿਵੇਂ ਹੁਣ ਅਗਲੀ ਵਿੱਦਿਆ ਸਾਹਿਤ ਦੀ ਮੰਨਦੇ ਸੀਗੇ, ਸਾਹਿਤ ਦੀ ਵਿੱਦਿਆ, ਲੇਕਿਨ ਸਾਹਿਤ ਦੇ ਵਿੱਚ ਫਿਰ ਵਿਆਕਰਨ ਸ਼ਾਸਤਰ ਅਲੱਗ ਬਣ ਗਿਆ, ਛੰਦ ਸ਼ਾਸਤਰ ਅਲੱਗ ਬਣ ਗਿਆ, ਅਲੰਕਾਰ ਸ਼ਾਸਤਰ ਅਲੱਗ ਬਣ ਗਿਆ। ਸੋ ਇਹ ਇਤਿਹਾਸ ਦੀ ਵਿੱਦਿਆ, ਫਿਰ ਇਤਿਹਾਸ ਦੇ ਕਈ ਪੜਾਅ ਬਣ ਗਏ। ਸੋ ਵਿੱਦਿਆ ਜਿਹੜੀ ਹੈ ਨਾ, ਜਿਵੇਂ ਜਿਵੇਂ ਮਨੁੱਖ ਦੇ ਅੱਗੇ ਚੁਣੌਤੀਆਂ ਵੱਧਦੀਆਂ ਜਾਂਦੀਆਂ ਨੇ, ਜਿਵੇਂ ਜਿਵੇਂ ਮਨੁੱਖ ਦਾ ਗਿਆਨ ਸੂਖਮ ਹੁੰਦਾ ਜਾਂਦਾ ਹੈ, ਉਵੇਂ ਉਵੇਂ ਵਿੱਦਿਆ ਵੀ ਸੂਖਮ, ਮਾਈਕਰੋ ਉਹਦੇ ਅਧਿਐਨ ਦੀ ਜ਼ਰੂਰਤ ਪੈ ਰਹੀ ਹੈਗੀ ਹੈ। ਸਾਡੇ ਚਿੰਤਕਾਂ ਨੂੰ, ਸਾਡੇ ਵਿਗਿਆਨੀਆਂ ਨੂੰ, ਉਹਨਾਂ ਨੂੰ ਹੋਰ ਡੂੰਘਾਈ ਤੱਕ ਜਾਣ ਦੀ ਲੋੜ ਪੈ ਰਹੀ ਹੈਗੀ ਹੈ। ਸੋ ਇਹ ਵਿੱਦਿਆ, ਕਿਸੇ ਨੇ 14 ਵਿੱਦਿਆ ਕਿਹਾ ਹੈਗਾ, 18 ਵਿੱਦਿਆ ਵੀ ਕਿਹਾ ਹੈਗਾ, ਜਿਹੜਾ ਮੂਲ ਤੌਰ 'ਤੇ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਲਿਖਿਆ ਸੀਗਾ ਮਹਾਨ ਕੋਸ਼ ਵਿੱਚ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵਿੱਦਿਆ ਦਾ ਮਤਲਬ, ਇਹ ਵੀ ਬਦਲਦੇ ਰਹਿੰਦੇ ਨੇ ਜੀ। ਜੋ ਪਹਿਲਾਂ ਵਿੱਦਿਆ ਦਾ ਮਤਲਬ ਸੀਗਾ, ਜਿਵੇਂ ਹੁਣ ਰਿਗਵੇਦ ਵਿੱਚ ਲਿਖਿਆ ਹੈਗਾ ਵੀ ਵਿੱਦਿਆ ਮਨੁੱਖ ਨੂੰ ਆਤਮ ਵਿਸ਼ਵਾਸੀ ਤੇ ਆਤਮ ਜਾਣਕਾਰ ਬਣਾਉਂਦੀ ਹੈ ਜੀ। ਹੁਣ ਉਹ ਵਿੱਦਿਆ ਦਾ ਮਤਲਬ ਅੱਜ ਦੀ ਵਿੱਦਿਆ ਦੇ ਨਾਲ ਨਹੀਂਗਾ। ਵਿੱਦਿਆ ਦਾ ਵੀ ਪਸਾਰ, ਰਿਸ਼ੀਆਂ ਨੇ ਵਿੱਦਿਆ ਦੇ ਹੋਰ ਮਤਲਬ ਲਏ ਨੇ, ਸਾਡੇ ਜਿਵੇਂ ਵਿਵੇਕਾਨੰਦ ਹੋਰਾਂ ਨੇ ਉਸ ਤੋਂ ਬਾਅਦ ਦੇ ਜਿਹੜੇ ਕੁਛ ਮਿਸਟੇਕ ਹੋਏ ਨੇ, ਸਾਡੇ ਗਿਆਨੀ ਪੁਰਸ਼ ਹੋਏ ਨੇ, ਉਹਨਾਂ ਨੇ ਵਿੱਦਿਆ ਦੇ ਹੋਰ ਮਤਲਬ ਲਏ ਨੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਵਿੱਦਿਆ ਦੇ ਮਤਲਬ ਬਦਲਦੇ ਰਹਿੰਦੇ ਨੇ, ਤਾਂ ਸਾਨੂੰ ਵਾਰ-ਵਾਰ ਉਹ 'ਤੇ ਵਿਚਾਰ ਕਰਨ ਦੀ ਜ਼ਰੂਰਤ ਪੈਂਦੀ ਹੈ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਵਿਕਾਸ ਦੀ, ਤਾਂ ਵਿੱਦਿਆ ਦੇ ਨਾਲ ਜੁੜਿਆ ਹੋਇਆ ਇਹ ਵਿਕਾਸ, ਇਹਦੀ ਅਸਲ ਪਰਿਭਾਸ਼ਾ ਕੀ ਹੈ? ਵਿੱਦਿਆ ਹੈ ਹੀ ਵਿਕਾਸ ਵਾਸਤੇ ਹੈ ਜੀ। ਜੇ ਵਿੱਦਿਆ ਨਹੀਂ ਤਾਂ ਬੰਦਾ ਜੜ ਹੈ। ਸੋ ਮਸਲਾ ਅੱਗੇ ਫਿਰ ਜਿਵੇਂ ਆਪਾਂ ਹੁਣ ਵਿੱਦਿਆ ਦੀਆਂ ਗੱਲਾਂ ਕੀਤੀਆਂ ਨੇ, ਤੇ ਵਿਕਾਸ ਦੇ ਵੀ ਬੜੀਆਂ ਹੀ ਸ਼ਾਖਾਵਾਂ ਨੇ। ਵਿਕਾਸ ਮਨੁੱਖ ਦੇ ਸਰੀਰ ਤੋਂ ਸ਼ੁਰੂ ਹੋ ਕੇ, ਸਰੀਰ, ਮਨ ਹੈ, ਮਨੁੱਖ ਦੀ ਬੁੱਧੀ ਹੈ, ਮਨੁੱਖ ਦੀ ਆਤਮਾ ਹੈ, ਮਨੁੱਖ ਦੀ ਚੇਤਨਾ ਹੈ, ਉੱਥੋਂ ਸ਼ੁਰੂ ਹੋ ਕੇ ਪੂਰੇ ਸਮਾਜ ਦੇ ਵਿੱਚ ਜਦੋਂ ਤੁਸੀਂ ਵਿਕਾਸ ਦੇ ਸਵਰੂਪ ਦੇਖਦੇ ਹੋ, ਪਦਾਰਥਕ ਵਿਕਾਸ ਹੈ,
ਪਦਾਰਥਕ ਵਿਕਾਸ ਦੀਆਂ ਕਿੰਨੀਆਂ ਵੰਨਗੀਆਂ ਸਾਡੇ ਸਾਹਮਣੇ ਪਈਆਂ ਨੇ, ਸਮਾਜਿਕ ਵਿਕਾਸ ਕੀ ਹੈਗਾ, ਠੀਕ ਹੈ, ਮਨੁੱਖ ਦਾ ਧਾਰਮਿਕ ਵਿਕਾਸ ਕੀ ਹੈਗਾ, ਮਨੁੱਖ ਦਾ ਸਾਹਿਤਕ ਵਿਕਾਸ ਕੀ ਹੈ। ਸੋ ਉਹ ਵੀ ਬਹੁਤ ਉਹਦੇ ਪੜਾਅ ਨੇ, ਵਿਕਾਸ ਦੇ ਵੀ ਬਹੁਤ ਸਾਰੀਆਂ ਸ਼ਾਖਾਵਾਂ ਨੇ। ਤੁਸੀਂ ਮਨ ਦੀ ਗੱਲ ਕੀਤੀ, ਚੇਤਨਾ ਦੀ ਗੱਲ ਕੀਤੀ, ਤੇ ਜਦੋਂ ਅਸੀਂ ਮਾਨਸਿਕ ਵਿਕਾਸ ਦੀ ਗੱਲ ਕਰਦੇ ਹਾਂ ਆਪਾਂ ਡਿਗਰੀਆਂ ਲੈ ਲੈਂਦੇ ਹਾਂ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਸਾਡਾ ਮਾਨਸਿਕ ਜਿਹੜਾ ਤੌਰ ਤੇ ਉਹ ਵਿਕਾਸ ਨਹੀਂ ਹੋ ਪਾਉਂਦਾ। ਇਹ ਜਿਹੜਾ ਮਾਨਸਿਕ ਵਿਕਾਸ ਹੈ ਇਹ ਕਿਵੇਂ ਹੋ ਸਕਦਾ ਹੈ? ਰੀਮਾ ਜੀ, ਗੱਲ ਇਹ ਹੈ ਕਿ ਮਾਨਸਿਕ ਵਿਕਾਸ ਤੋਂ ਬਿਨਾਂ ਜੀ ਸਾਰੀਆਂ ਵਿਦਿਆਵਾਂ ਬੰਦੇ ਲਈ ਸ਼ਰਾਬ ਬਣ ਜਾਂਦੀਆਂ ਜੀ, ਬਿਲਕੁਲ। ਇਸ ਲਈ ਮਾਨਸਿਕ ਵਿਕਾਸ ਕਿਵੇਂ ਹੋ ਸਕਦਾ ਹੈ, ਇਹ ਕੇਂਦਰ ਹੈ ਸਾਰੇ ਮਸਲੇ ਦਾ। ਜੀ 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 ਜੀ। ਇਹ ਹੋਣਾ ਕਿਵੇਂ ਹੈ ਜੀ? ਇਹ ਆਤਮ ਗਿਆਨ ਨਾਲ ਹੋਣਾ ਹੈਗਾ ਜੀ, ਆਤਮ ਚੀਨਨ ਨਾਲ ਹੋਣਾ ਹੈਗਾ, ਆਪਣੇ ਆਪ ਨੂੰ ਜਾਣਨ ਨਾਲ ਹੋਣਾ ਹੈਗਾ ਜੀ। ਔਰ ਉਹਦੇ ਲਈ ਬਾਹਰਲੀ ਵਿਦਿਆ ਦਾ ਸਹਾਰਾ ਲੈਣਾ ਔਰ ਪ੍ਰਤੀ ਪਲ ਆਪਣੇ ਉੱਪਰ ਨਿਗਾਹ ਰੱਖਣੀ ਹੈਗੀ ਆ, ਆਪਣੀਆਂ ਮਨ ਦੀਆਂ ਚਲਾਕੀਆਂ, ਉਹਨਾਂ ਦੀਆਂ ਤਿਕੜਮਬਾਜ਼ੀਆਂ, ਕਿਉਂਕਿ ਸਭ ਤੋਂ ਵੱਧ ਜੇ ਭਟਕਾਉਂਦਾ ਬੰਦੇ ਨੂੰ ਤਾਂ ਮਨ ਭਟਕਾਉਂਦਾ ਹੈਗਾ। ਔਰ ਇਹ ਇੰਨਾ ਕੁ ਜ਼ਿਆਦਾ ਸੂਖਮ ਆ ਮਸਲਾ ਕਿ ਕਈ ਵਾਰ ਬੰਦੇ ਨੂੰ ਪਤਾ ਵੀ ਨਹੀਂ ਲੱਗਦਾਗਾ ਕਿ ਮੈਂ ਭਟਕ ਰਿਹਾ ਹੈਗਾ ਜੀ, ਕਿਉਂਕਿ ਉਹਨੂੰ ਇੰਜ ਲੱਗਦਾ ਹੈਗਾ ਕਿ ਮੈਂ ਬਿਲਕੁਲ ਸਹੀ ਜਾ ਰਿਹਾ ਹੈਗਾ, ਕਿਉਂਕਿ ਉਹਦਾ ਆਪਣੇ ਆਪ ਤੇ ਚੌਕੀਦਾਰੀ ਕਰਨਾ ਬਹੁਤ ਜ਼ਰੂਰੀ, ਇਹ ਕਿਸੇ ਕਿਸੇ ਬੰਦੇ ਦੇ ਹਿੱਸੇ ਆਉਂਦਾ ਹੈਗਾ। ਉਹ ਨਿਰੰਤਰ ਜਾਗਰੂਕਤਾ ਦਾ ਇੱਕ ਇਹ ਜਾਗਰੂਕਤਾ ਦਾ ਪੂਰੇ ਦਾ ਪੂਰਾ ਵਹਿਨ ਹੈਗਾ, ਲਗਾਤਾਰ ਪ੍ਰਕਿਰਿਆ ਹੈਗੀ ਇੱਕ ਜਾਗਰੂਕਤਾ ਦੀ। ਇਹਨੂੰ ਤੁਸੀਂ ਇੱਕ ਦਿਨ ਦੇ ਵਿੱਚ ਨਹੀਂ ਕਹਿ ਸਕਦੇ ਕਿ ਮਾਨਸਿਕ ਵਿਕਾਸ ਕਿਵੇਂ ਹੋ ਸਕਦਾ, ਨਿਰੰਤਰ ਪ੍ਰਕਿਰਿਆ ਹੈਗੀ ਹੈ ਜੀ। ਤੁਸੀਂ ਮਨ ਦੀ ਗੱਲ ਕੀਤੀ, ਮਨ ਦੇ ਉੱਪਰ ਇੰਦਰੀਆਂ ਨੂੰ ਕਾਬੂ ਕਰਨ ਦੀ ਗੱਲ ਕੀਤੀ, ਨੈਤਿਕਤਾ ਦੀ ਗੱਲ ਕੀਤੀ ਹੈ, ਤੇ ਜੇ ਅਸੀਂ ਨੈਤਿਕ ਵਿਕਾਸ ਦੀ ਗੱਲ ਕਰੀਏ ਤੇ ਮਨੁੱਖ ਦਾ ਨੈਤਿਕ ਵਿਕਾਸ ਇਸ ਵਿਦਿਆ ਦੇ ਨਾਲ ਕਿਵੇਂ ਜੁੜਿਆ ਹੋਇਆ ਹੈ? ਨੈਤਿਕ ਵਿਕਾਸ ਨੀਤੀ ਹੈ ਜੀ ਬੰਦੇ ਦੀ ਪਹਿਲਾਂ ਤਾਂ ਆਪਣੇ ਆਪ ਪ੍ਰਤੀ ਜ਼ਿੰਦਗੀ ਨੂੰ ਸੁਖਾਲਾ ਹੋਣਾ, ਜ਼ਿੰਦਗੀ ਸੁਖਾਲੀ ਕਰਨੀ। ਦੂਸਰੀ ਹੈਗੀ ਹੈ ਕਿ ਉਸ ਨੀਤੀ ਨੂੰ ਸਮਾਜ ਦੇ ਵਾਸਤੇ ਜੀ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹਦੇ ਉੱਪਰ ਗੱਲ ਕਰਨੀ, ਚਿੰਤਨ ਕਰਨਾ ਲਗਾਤਾਰ। ਸੋ ਨੀਤੀ ਦਾ ਸੰਬੰਧ ਮਨੁੱਖ ਦੇ ਆਪਣੀ ਭਲਾਈ ਤੋਂ ਲੈ ਕੇ ਸਮਾਜ ਦੀ ਭਲਾਈ ਤੱਕ ਹੈ ਜੀ, ਠੀਕ ਹੈ ਜੀ। ਨੀਤੀ ਜਦੋਂ ਤੁਸੀਂ ਪਰਉਪਕਾਰਤਾ ਦੀ ਗੱਲ ਕਰੋਗੇ, ਜੋ ਤੁਹਾਡੇ ਅੰਦਰ ਇਹ ਗੱਲ ਹੋਏਗੀ ਕਿ ਦੂਸਰੇ ਦਾ ਮੇਰੇ ਤੋਂ ਬੁਰਾ ਨਾ ਹੋਵੇ। ਜੋ ਤੁਸੀਂ ਪਹਿਲਾਂ ਵਿਦਿਆ ਦੀ ਜਾਣ ਪਛਾਣ ਕਰਾਉਂਦਿਆਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਗੁਰਬਾਣੀ ਦੀ ਤੁਕ ਬੋਲੀ ਹੈ ਨਾ, ਉਹਦੇ ਵਿੱਚ ਸਾਰ ਪਿਆ ਇਸ ਨੀਤੀ ਦਾ ਜੀ, ਵੀ ਜਿਹਨੇ ਵਿਦਿਆ ਵਿਚਾਰ ਲਈ ਉਹ ਪਰਉਪਕਾਰੀ ਬਣ ਗਿਆ। ਤੇ ਜਦੋਂ ਪਰਉਪਕਾਰੀ ਬਣਦਾ ਮਨੁੱਖ, ਉਹਦੇ ਅੰਦਰ ਨੀਤੀ ਆ ਜਾਂਦੀ ਹੈ। ਫਿਰ ਨੀਤੀ ਕੋਈ ਬੰਨੇ ਬਣਾਏ ਸਿਧਾਂਤ ਨਹੀਂ ਗੇ, ਨੀਤੀ ਦੇ ਵਿੱਚ ਸਿਧਾਂਤ ਬੇਸ਼ੱਕ ਤੁਸੀਂ ਨੀਤੀ ਸ਼ਾਸਤਰ ਜਦੋਂ ਪੜ੍ਹਦੇ ਹੋ ਉਹਦੇ 'ਚ ਬਹੁਤ ਸਾਰੀਆਂ ਨੀਤੀਆਂ ਆਉਂਦੀਆਂ ਨੇ, ਔਰ ਉਹਨਾਂ ਨੀਤੀਆਂ ਦਾ ਹਰ ਸਮਾਜ ਵਿੱਚ ਵਿਲੱਖਣਤਾ ਵੀ ਹੈ। ਹੋ ਸਕਦਾ ਜਿਹੜੀ ਸਾਡੇ ਇਸ ਵੇਲੇ ਇਸ ਧਰਾਤਲ ਤੇ ਨੀਤੀ ਹੈ, ਹੋ ਸਕਦਾ ਪੱਛਮ ਦੇ ਵਿੱਚ ਉਹ ਧਰਾਤਲ ਤੇ ਉਹ ਨੀਤੀ ਨੂੰ ਨਾ ਸਵੀਕਾਰਿਆ ਜਾਂਦਾ ਹੋਵੇ, ਉੱਥੇ ਕੋਈ ਹੋਰ ਨੀਤੀ ਹੋਵੇ ਜੀ, ਠੀਕ ਹੈ। ਮਿਸਾਲ ਵਜੋਂ ਜਿਵੇਂ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਮੈਰਿਜ ਕਰਦੇ ਨੇ ਉਹ ਭੂਆ ਦੀ ਲੜਕੀ, ਮਾਸੀ ਦੀ ਲੜਕੀ, ਸਾਡੇ ਅਨੀਤੀ ਗਿਣੀ ਜਾਂਦੀ ਹੈਗੀ। ਸੋ ਅੱਡ ਅੱਡ ਧਰਮਾਂ ਦੇ ਅਲੱਗ-ਅਲੱਗ ਧਰਾਤਲਾਂ ਦੇ ਅਲੱਗ-ਅਲੱਗ ਇਵੇਂ ਖਾਣ ਦਾ ਮਸਲਾ ਹੈਗਾ। ਸਾਡੇ ਜਿਹੜਾ ਹੈਗਾ ਖਾਣ ਦਾ ਹੋਰ ਪੈਮਾਨੇ ਹੈਗੇ ਆ, ਪੱਛਮ ਦੇ ਵਿੱਚ ਖਾਣ ਦੇ ਹੋਰ ਪੈਮਾਨੇ ਆ, ਪਹਾੜੀ ਏਰੀਏ 'ਚ ਹੋਰ ਹੈ, ਸਮੁੰਦਰ ਦੇ ਕੰਢੇ ਤੇ ਹੋਰ ਹੈ। ਸੋ ਉਹ ਕਈ ਵਾਰਾਂ ਕੋਈ ਨੀਤੀ ਬਣ ਜਾਂਦੀ ਹੈ, ਉਹੀ ਅਨੀਤੀ ਬਣ ਜਾਂਦੀ ਹੈ। ਪਰ ਮਸਲਾ ਕਿੱਥੇ ਖੜਾ ਹੈਗਾ ਕਿ ਜੇ ਤੁਹਾਡੇ ਅੰਦਰ ਪਰਉਪਕਾਰਤਾ ਦੀ ਭਾਵਨਾ ਹੈ, ਤੁਹਾਡੀ ਚੇਤਨਾ ਜਾਗਦੀ ਹੈ ਕਿ ਮੈਂ ਪਰਉਪਕਾਰੀ ਕਿਵੇਂ ਬਣਨਾ ਹੈਗਾ, ਮੇਰੀ ਹੋਂਦ ਪਰਉਪਕਾਰੀ ਕਿਵੇਂ ਹੋਵੇ, ਆਪਦੇ ਵਾਸਤੇ, ਪਰਿਵਾਰ ਵਾਸਤੇ, ਗੁਆਂਢ ਵਾਸਤੇ, ਪਿੰਡ ਵਾਸਤੇ, ਸਮਾਜ ਵਾਸਤੇ, ਕਾਇਨਾਤ ਵਾਸਤੇ, ਪੂਰੇ ਸੰਸਾਰ ਵਾਸਤੇ, ਪੰਛੀਆਂ ਵਾਸਤੇ, ਦਰਖਤਾਂ ਵਾਸਤੇ, ਧਰਤ ਮਾਂ ਵਾਸਤੇ, ਪਾਣੀ ਪਿਤਾ ਵਾਸਤੇ, ਤਾਂ ਫਿਰ ਤੁਸੀਂ ਵਿਦਿਆ ਗ੍ਰਹਿਣ ਕਰ ਲਈ ਹੈ, ਫਿਰ ਤੁਹਾਡੇ ਅੰਦਰ ਨੀਤੀ ਹੈ। ਜੇ ਨਹੀਂ ਤਾਂ ਤੁਸੀਂ ਅਨੈਤਿਕ ਹੋ। ਇਸੇ ਤੇ ਮੈਨੂੰ ਗੱਲ ਯਾਦ ਆ ਰਹੀ ਹੈ ਕਿ ਬ੍ਰਿਟੇਨ ਦੇ ਵਿੱਚ ਬਕਾਇਦਾ ਇੱਦਾਂ ਹੋਇਆ ਕਿ 30,000 ਸਕੂਲਾਂ ਦੇ ਵਿੱਚ ਦਿਆਲੁਤਾ ਦਾ ਪਾਠ ਪੜ੍ਹਾਇਆ ਜਾ ਰਿਹਾ, ਸੁਹਿਰਦਤਾ ਦਾ ਪਾਠ ਸਿਲੇਬਸ ਦੇ ਵਿੱਚ ਬਕਾਇਦਾ ਨੂੰ ਸ਼ਾਮਲ ਕੀਤਾ ਗਿਆ ਤਾਂ ਕਿ ਜਿਹੜੇ ਬੱਚੇ ਨੇ ਉਹ ਸੁਹਿਰਦਤਾ ਸਿੱਖ ਸਕਣ, ਦੂਜਿਆਂ ਦਾ ਦੁੱਖ ਤਕਲੀਫ ਸਮਝ ਸਕਣ, ਪਰ ਉਪਕਾਰੀ ਬਣ ਸਕਣ। ਜਦੋਂ ਅਸੀਂ ਨੀਤੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਤਾਂ ਸਮਾਜ ਵੀ ਉਹਦਾ ਹੀ ਇੱਕ ਹਿੱਸਾ ਹੈ। ਤੁਸੀਂ ਖੁਦ ਵਿਕਸਿਤ ਹੋ ਤਾਂ ਸਮਾਜ ਵੀ ਵਿਕਸਿਤ ਹੁੰਦਾ ਹੈ। ਇਹ ਸਮਾਜਿਕ ਵਿਕਾਸ ਵਾਸਤੇ ਕਿਸੇ ਵੀ ਮਨੁੱਖ ਦਾ, ਕਿਉਂਕਿ ਮਨੁੱਖ ਤੋਂ ਸਮਾਜ ਬਣਿਆ, ਇਹ ਕਿਵੇਂ ਸਹਾਈ ਹੈ ਵਿਦਿਆ ਇਸ ਮਾਮਲੇ 'ਚ? ਉਸੇ ਕੜੀ ਦੇ ਨਾਲ ਇਹ ਗੱਲ ਜੁੜਦੀ ਹੈਗੀ ਹੈ। ਜਦੋਂ ਨੈਤਿਕ ਵਿਕਾਸ ਤੁਹਾਡਾ ਹੋ ਗਿਆ, ਤੁਹਾਡੀ ਵਿਦਿਆ ਨੇ ਤੁਹਾਡੇ ਅੰਦਰ ਉਹ ਚੇਤਨਾ, ਉਹ ਬੁੱਧੀ, ਉਹ ਸੰਵੇਦਨਾ ਜਗਾਈ ਕਿ ਤੁਸੀਂ ਦੂਸਰੇ ਦੇ ਦਰਦ ਨੂੰ ਮਹਿਸੂਸ ਕਰ ਸਕੋ,
ਪਰ ਕਾ ਬੁਰਾ ਨਾ ਰਾਖੋ ਚੀਤ, ਤਿੰਨ ਕੋ ਦੁੱਖ ਨਹੀਂ ਭਾਈ ਮੀਤ, ਬਾਣੀ 'ਚ ਵੀ ਆਉਂਦੀ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਯੂਨੀਵਰਸਿਟੀ 'ਚ ਹੁਣ ਵਿੱਦਿਆ ਦੀ ਲੋੜ ਪੈਣੀ ਹੈ ਲੋੜ, ਕਿਉਂਕਿ ਕਾਰਨ ਕੀ ਹੈ, ਜਿਵੇਂ ਜਿਵੇਂ ਮਨੁੱਖ ਦਾ ਪਦਾਰਥਕ ਵਿਕਾਸ ਜ਼ਿਆਦਾ ਹੋ ਰਿਹਾ, ਮਨੁੱਖ ਜਟਲ ਹੁੰਦਾ ਜਾਂਦਾ ਹੈ, ਮਨੁੱਖ ਜੜ ਹੁੰਦਾ ਜਾਂਦਾ ਹੈ, ਮਨੁੱਖ ਪਥਰੀਲਾ ਹੁੰਦਾ ਜਾਂਦਾ ਹੈ, ਮਨੁੱਖ ਦੌੜ ਰਿਹਾ ਹੈਗਾ, ਮਨੁੱਖ ਦੇ ਅੰਦਰ ਉਹਦਾ ਯੁੱਧ ਜਿਹੜਾ ਹੈਗਾ ਚੱਲਦਾ ਹੈ 24 ਘੰਟੇ। ਉਹਨੇ ਮਨੁੱਖ ਨੂੰ ਦੋਜ਼ਖ ਦੀ ਅੱਗ ਵਿੱਚ ਝੋਕਤਾ ਹੈ, ਨਰਕ ਉਹਦੇ ਅੰਦਰ ਪੈਦਾ ਹੋ ਰਿਹਾ ਹੈਗਾ, 24 ਘੰਟੇ ਲੜਾਈਆਂ ਹੋ ਰਹੀਆਂ ਉਹਦੇ ਅੰਦਰ ਵਿਚਾਰਾਂ ਦੀਆਂ, ਖਿਆਲਾਂ ਦੀਆਂ। ਸੋ ਜਦੋਂ ਉਹ ਆਪਣੇ ਅੰਦਰ ਇੰਨਾ ਉਲਝਿਆ ਹੋਇਆ ਤਾਂ ਮਨੁੱਖ ਦਾ ਜੜ ਬਣਨਾ ਸੁਭਾਵਿਕ ਹੈ, ਮਨੁੱਖ ਦਾ ਮਸ਼ੀਨ ਬਣਨਾ ਸੁਭਾਵਿਕ ਹੈ। ਜਿਹੜੀ ਗੱਲ ਦੀ ਜ਼ਰੂਰਤ ਅੱਜ ਪੈ ਰਹੀ ਹੈ ਯੂਨੀਵਰਸਿਟੀ 'ਚ, ਜਿਹੜੀ ਤੁਸੀਂ ਗੱਲ ਕੀਤੀ ਹੈ, ਕਿ ਉਹਦੀ ਲੋੜ ਹੀ ਇਸੇ ਕਰਕੇ ਪਈ ਹੈ ਕਿ ਮਨੁੱਖ ਦੇ ਅੰਦਰ ਜਦੋਂ ਦੇਖੋ ਬੰਦਾ ਇੰਨੇ ਤਣਾਅ 'ਚ ਹੈ, ਉਹ ਕਿਵੇਂ ਵਰਦਾਨ ਬਣੂ ਕਿਸੇ ਵਾਸਤੇ? ਉਹ ਤਾਂ ਖੁਦ ਲਈ ਵਰਦਾਨ ਨਹੀਂਗਾ, ਠੀਕ ਹੈ ਜੀ। ਉਹ ਕਿਵੇਂ ਸਹਿਨਸ਼ੀਲ ਬਣੇਗਾ? ਸੋ ਉਹ ਤਾਂ ਬਹਾਨੇ ਲੱਭੇਗਾ ਲੜਾਈ ਦੇ। ਉਹ ਤਾਂ ਜੇ ਉਹਨੂੰ ਕੁਛ ਅੱਛਾ ਵੀ ਦਿਓਗੇ ਤੁਸੀਂ ਤਾਂ ਉਹਨੂੰ ਵੀ ਉਹ ਨਰਕ ਬਣਾ ਲੇਗਾ, ਜੇ ਉਹਨੂੰ ਤੁਸੀਂ ਅੰਮ੍ਰਿਤ ਵੀ ਦਿਓਗੇ ਉਹਨੂੰ ਵੀ ਜ਼ਹਿਰ ਬਣਾ ਲੂਗਾ। ਸੋ ਉਹਦੇ ਕਰਕੇ ਇਹ ਜ਼ਰੂਰਤ ਪਈ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਾਰਜ ਵਾਸ਼ਿੰਗਟਨ ਸਾਡੇ ਵੱਡੇ ਵਿਦਵਾਨ ਹੋਏ ਨੇ, ਉਹ ਕਹਿੰਦੇ ਨੇ, ਉਹਨੇ ਬੜੀ ਸੋਹਣੀ ਗੱਲ ਕੀਤੀ ਆ, ਕਹਿੰਦੇ ਮਨੁੱਖ ਦੀ ਨੀਤੀ ਹੈ ਕੀ ਆ ਅਸਲ ਵਿੱਚ? ਨੀਤੀ ਜਾਂ ਨੈਤਿਕ ਮਨੁੱਖ ਉਹੀ ਹੈ ਜਿਹੜਾ ਵੱਧ ਤੋਂ ਵੱਧ ਬੋਲੀ ਲਾਏ ਜਾਣ ਤੇ ਵੀ ਨਾ ਵਿਕੇ, ਕਿਉਂਕਿ ਆਮ ਤੌਰ ਤੇ ਨੀਤੀਆਂ ਵਿਕਦੀਆਂ ਨੇ। ਕੋਈ ਥੋੜੇ ਸਮੇਂ ਦੀ ਕੋਈ ਬੰਦਾ ਕਹਿ ਸਕਦਾ ਕਿ ਮੈਂ ਯਾਰ 1000 ਰੁਪਏ ਰਿਸ਼ਵਤ ਕਿਉਂ ਲੈਣੀ ਹੈ, ਪਰ ਉਸੇ ਅੱਗੇ ਤੁਸੀਂ ਜਦੋਂ 2 ਕਰੋੜ ਰੱਖੋਗੇ ਤਾਂ ਹੋ ਸਕਦਾ ਉਹਦਾ ਮਨ ਡੋਲ ਜਾਵੇ, ਠੀਕ ਹੈ ਜੀ। ਸੋ ਨੀਤੀ ਬੋਲੀ ਵੱਡੀ ਤੋਂ ਵੱਡੀ ਵੀ ਲੱਗੇ ਤਾਂ ਵੀ ਨਾ ਡੋਲੇ, ਤਾਂ ਔਰ ਇਹਦੀ ਸਿੱਖਿਆ ਸਾਡੇ ਪੰਜਾਬੀ ਅਦਬ ਦੇ ਵਿੱਚ ਤਾਂ ਪਈ ਹੈਗੀ ਆ। ਫਰੀਦਾ ਬਾਰ ਪਰ ਆਏ ਵੈਸੇ ਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲੈ। ਆਤਮ ਚਿੰਤਨ ਦੇ ਨਾਲ, ਆਤਮ ਦੇ ਨਾਲ ਗੱਲ ਕਰਨੀ ਜਿਹੜੀ, ਔਰ ਸਾਡੇ ਪੂਰੇ ਦਾ ਪੂਰਾ ਇਤਿਹਾਸ ਹੈ, ਚਾਹੇ ਗੁਰੂ ਸਾਹਿਬਾਨਾਂ ਦਾ ਵੇਖ ਲਓ, ਕਿੰਨੀਆਂ ਵੱਡੀਆਂ ਉਹਨਾਂ ਕੋਲੇ ਸਾਹਮਣੇ ਪੇਸ਼ਕਸ਼ਾਂ ਕੀਤੀਆਂ ਗਈਆਂ, ਉਹ ਨਹੀਂ ਵੇਖੇ ਆਪਣੇ ਅਕੀਦੇ ਤੇ ਖੜੇ ਰਹੇ ਨੇ, ਠੀਕ ਹੈ ਜੀ, ਆਪਣੇ ਉਸ ਸੱਚ ਤੇ ਖੜੇ ਰਹੇ ਨੇ, ਦ੍ਰਿੜਤਾ ਤੇ ਸਿਦਕ ਤੇ। ਸੋ ਉਹੀ ਸਾਡੇ ਹੀਰੋ ਨੇ। ਸਾਡੇ ਕਿਸੇ ਵੀ ਹੀਰੋ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਅਸਲ ਤਾਂ ਉੱਥੇ ਹੀ ਨੀਤੀ ਖੜਦੀ ਹੈ ਜੀ, ਬੰਦਾ ਖੜਾ ਕਿੱਥੇ ਹੈ ਜੀ। ਔਰ ਜੇ ਗੱਲ ਕਰੀਏ ਤੁਸੀਂ ਜਿਹੜਾ ਕਿ ਇੱਕ ਪ੍ਰੈਸ਼ਰ ਦੀ ਗੱਲ ਕੀਤੀ, ਦਬਾਅ ਦੀ ਗੱਲ ਕੀਤੀ ਹੈ, ਇੱਕ ਇਨਸਾਨ ਦੇ ਦਿਮਾਗ ਦੇ ਵਿੱਚ ਕਈ ਵਾਰੀ ਅਸੀਂ ਬੱਚਿਆਂ ਨੂੰ ਵੀ ਦੇਖਦੇ ਹਾਂ ਤੇ ਪੜ੍ਹਦੇ ਉਹਨਾਂ ਦੇ ਮਨ ਦੇ ਉੱਪਰ ਬਹੁਤ ਜ਼ਿਆਦਾ ਦਬਾਅ ਹੋ ਜਾਂਦਾ ਹੈ ਕਿ ਹਾਏ ਇੰਨੀ ਪੜ੍ਹਾਈ ਕਰਨੀ ਪੈਣੀ ਹੈ, ਹਾਏ ਪੇਪਰ ਆ ਗਏ। ਸੋ ਇਹ ਜਿਹੜਾ ਦਬਾਅ ਹੈ, ਮਾਨਸਿਕ ਦਬਾਅ, ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਸਵਾਲ ਨਿਕਲਦਾ ਹੈ ਕਿ ਇਹ ਮਾਨਸਿਕ ਦਬਾਅ, ਕਿਉਂਕਿ ਵਿੱਦਿਆ ਹੈ, ਵਿੱਦਿਆ ਦੇ ਨਾਲ ਕਈ ਵਾਰੀ ਅਸੀਂ ਗਿਆਨ ਅਰਜਿਤ ਕਰਨਾ ਭੁੱਲ ਜਾਂਦੇ ਹਾਂ, ਪਰ ਅਸੀਂ ਸਿਰਫ ਉਹਦੇ ਵਿੱਚ ਹੀ ਬੱਝ ਕੇ ਰਹਿ ਜਾਂਦੇ ਹਾਂ ਔਰ ਉਹਨੂੰ ਇੱਕ ਪ੍ਰੈਸ਼ਰ ਕੁੱਕਰ ਆਪਣੇ ਆਪ ਨੂੰ ਬਣਾ ਲੈਂਦੇ ਹਾਂ। ਉਸ ਦਾਇਰੇ ਤੋਂ ਕਿਵੇਂ ਨਿਕਲਿਆ ਜਾਵੇ? ਇਹ ਪੂਰਾ ਇੱਕ ਸਿਸਟਮ ਹੈ ਜੀ, ਜਿਹਦੇ ਬਾਰੇ ਬਹੁਤ ਜ਼ਿਆਦਾ ਜ਼ਰੂਰਤ ਹੈ ਚਿੰਤਨ ਕਰਨ ਦੀ। ਸਾਡੇ ਸਮਾਜ ਸੇਵੀਆਂ ਨੂੰ, ਸਾਡੇ ਸਮਾਜ ਵਿਗਿਆਨੀਆਂ ਨੂੰ, ਸਾਡੇ ਮਨੋਵਿਗਿਆਨੀਆਂ ਨੂੰ, ਕਿ ਜਿਹੜੀ ਅਸੀਂ ਸਿੱਖਿਆ ਪਿਛਲੇ ਸਾਲਾਂ 'ਚ ਦੇਖ ਰਹੇ ਹਾਂ ਔਰ ਉਹਦੇ ਨਤੀਜੇ ਦੇਖੋ ਤੁਸੀਂ। ਹਰ ਵਾਰ ਰਿਜ਼ਲਟ ਆਉਂਦਾ ਜਦੋਂ, ਉਦੋਂ ਅਖਬਾਰਾਂ 'ਚ ਤੁਸੀਂ 5-7 ਬੱਚਿਆਂ ਦੀਆਂ ਆਤਮ ਹੱਤਿਆਵਾਂ ਦੀ ਖਬਰ ਪੜ੍ਹਦੇ ਹੋ, ਠੀਕ ਹੈ ਜੀ। ਔਰ ਕਾਰਨ ਵੀ ਕੀ ਹੁੰਦਾ ਹੈ ਕਿ ਉਹ ਕਹਿੰਦਾ ਵੀ ਮੇਰੇ ਦੋਸਤ ਨੇ ਜਿਹੜੇ ਹੈਗੇ ਆ 90% ਨੰਬਰ ਲੈ ਲਏ ਨੇ, 99%, ਤੇ ਮੇਰੇ 99.85%, ਮਤਲਬ ਥੋੜੇ ਜਿਹੇ 5 ਪੁਆਇੰਟ ਘੱਟ ਨੇ, ਤੇ ਇਹਦੇ ਕਰਕੇ ਮੈਂ ਆਪਣੀ ਆਤਮ ਹੱਤਿਆ ਕਰ ਰਿਹਾ ਹੈਗਾ ਜੀ। ਔਰ ਤੁਸੀਂ ਇਹ ਦੇਖੋ ਕਿ ਇਹਦਾ ਹੁਣ ਵਿੱਦਿਆ ਦੇ ਨਾਲ ਕੀ ਸੰਬੰਧ ਹੈ ਜਾਂ ਪੜ੍ਹਾਈ ਨਾਲ ਕੀ ਸੰਬੰਧ ਹੈ, ਜਿਹੜਾ ਤੁਹਾਨੂੰ ਦੂਜੇ ਨੂੰ ਅੱਗੇ ਵੱਧਦਾ ਵੇਖ ਕੇ ਜਾਂ ਦੂਸਰੇ ਦੀ ਖੁਸ਼ੀ 'ਚ ਖੁਸ਼ੀ ਸ਼ਾਮਲ ਹੋਣ ਦੀ ਬਜਾਏ ਆਪਣੇ ਆਪ ਨੂੰ ਹੀਣਾ ਕਰ ਲੈਣਾ ਔਰ ਆਪਣੇ ਆਪ ਨੂੰ ਮੌਤ ਦੇ ਕੰਢੇ ਤੇ ਲਿਜਾ ਖੜਾ ਕਰਨਾ। ਤੁਹਾਡੇ ਅੰਦਰ ਨਾ ਤਾਂ ਦ੍ਰਿੜ ਸੰਕਲਪ ਪੈਦਾ ਹੋਇਆ, ਨਾ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋਇਆ, ਨਾ ਤੁਹਾਡੇ ਅੰਦਰ ਦੂਜੇ ਦੀ ਖੁਸ਼ੀ 'ਚ ਖੁਸ਼ੀ ਵਿੱਚ ਸ਼ਾਮਲ ਹੋਣ ਦਾ ਅਹਿਸਾਸ ਪੈਦਾ ਹੋਇਆ, ਨਾ ਤੁਹਾਡੇ ਅੰਦਰ ਉਹ ਸੰਵੇਦਨਾ ਪੈਦਾ ਹੋਈ ਹੈ, ਤੇ ਫਿਰ ਵਿੱਦਿਆ ਕਿੱਥੇ ਰਹਿ ਗਈ? ਸੋ ਇਹਨਾਂ ਮਸਲਿਆਂ ਬਾਰੇ ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਨਹੀਂ ਸੋਚ ਰਹੇਗੇ, ਪਰ ਕਦੇ ਜਾ ਕੇ ਅਸੀਂ ਇਸ ਤੇ ਬਹੁਤ ਜ਼ਿਆਦਾ ਵੱਡਾ ਘਾਟਾ ਝੱਲਾਂਗੇ ਜੀ, ਔਰ ਝੱਲ ਰਹੇ ਹਾਂ। ਤੁਸੀਂ ਬਹੁਤ ਸਾਰੇ, ਮੈਂ ਕਰਮਚਾਰੀਆਂ ਨੂੰ ਦੇਖਦਾ ਹਾਂ, ਅਧਿਆਪਕਾਂ ਨੂੰ ਦੇਖਦਾ ਹਾਂ ਕਿ ਤਣਾਅ ਦੇ ਵਿੱਚੋਂ ਜਦੋਂ ਗੁਜ਼ਰਦੇ ਨੇ ਤੇ ਬੱਚੇ ਵੀ ਪੀੜਤ ਹੁੰਦੇ ਨੇ ਉਹਨਾਂ ਦੇ, ਕਿਉਂਕਿ ਤਣਾਅ 'ਚ ਖੁਦ ਨੇ, ਔਰ ਬੱਚਿਆਂ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਅੱਜ ਸਾਨੂੰ ਸਜ਼ਾ ਕਾਹਦੀ ਮਿਲੀ ਹੈ। ਬਿਲਕੁਲ ਬੱਚਿਆਂ ਨੂੰ ਸਮਝ ਨਹੀਂ ਲੱਗਦੀ ਗੀ। ਔਰ ਜਿਹੜੀ ਗੱਲ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਹੈ, ਤੁਸੀਂ ਮੰਨ ਲਓ ਅਖੌਤ ਪੜ੍ਹਾ ਰਹੇ ਹੋ, ਕੋਈ ਕਹਾਣੀ ਪੜ੍ਹਾ ਰਹੇ ਹੋ, ਕੋਈ ਕਵਿਤਾ ਪੜ੍ਹਾ ਰਹੇ ਹੋ, ਕੋਈ ਇਤਿਹਾਸ ਪੜ੍ਹਾ ਰਹੇ ਹੋ, ਉਹਦੇ ਨਾਲ ਉਹਦੇ ਜੀਵਨ ਦਾ ਸੰਬੰਧ ਹੀ ਨਹੀਂ ਜੋੜਿਆ,
ਉਸ ਜੀਵਨ ਦੇ ਵਿੱਚ ਉਹਨੂੰ ਉਤਾਰਿਆ ਹੀ ਨਹੀਂਗਾ ਉਸ ਸਿਲੇਬਸ ਦੇ ਵਿੱਚ, ਤਾਂ ਬੱਚੇ ਨੇ ਫਿਰ ਪੇਪਰਾਂ ਦੇ ਵੇਲੇ ਤਣਾਅ ਤਾਂ ਭੋਗਣਾ ਹੀ ਹੈ ਜੀ। ਔਰ ਉਸ ਤਣਾਅ ਤੋਂ ਭੋਗਦਾ ਬੱਚਾ ਇੰਨਾ ਕੁ ਜ਼ਿਆਦਾ ਦਬਾਅ 'ਚ ਆ ਜਾਂਦਾ ਹੈ, ਉਹਨੂੰ ਸਿਰਫ ਉਹ ਜਿਹੜੀ ਕਿਤਾਬਾਂ ਦੀ ਫੋਟੋ ਸਟੇਟ ਕਰਦਾ ਆਪਣੇ ਅੰਦਰ, ਕ੍ਰੈਮਿੰਗ ਕਰਦਾ ਤੇ ਉਹ ਪੇਪਰਾਂ ਦੇ ਵਿੱਚ ਉਲਾਦੇ ਆਉਂਦਾ ਹੈਗਾ। ਉਸ ਤੋਂ ਬਾਅਦ ਫਿਰ ਖਾਲੀ ਅਗਲੀ ਕਲਾਸ ਦੇ ਵਿੱਚ ਤੁਸੀਂ ਪੁੱਛੋ ਜਾ ਕੇ ਵੀ ਤੁਸੀਂ ਪਿਛਲੀ ਕਲਾਸ ਦੇ ਵਿੱਚ ਆ ਚੀਜ਼ਾਂ ਪੜ੍ਹੀਆਂ ਨੇ, ਉਹਦਾ ਕਿੰਨਾ ਕੁ ਅਸਰ ਹੈਗਾ, ਨਹੀਂ ਆਉਂਦਾ ਉਹਨੂੰ, ਨਹੀਂ ਪਤਾ ਲੱਗਦਾ ਹੈਗਾ। ਸ਼ਾਇਦ ਇਸੇ ਕਰਕੇ ਜਿਹੜਾ ਫਨ ਲਰਨਿੰਗ ਕਨਸੈਪਟ ਹੈ ਉਹ ਵੀ ਆਇਆ, ਔਰ ਇਸ ਤੋਂ ਇਲਾਵਾ ਐਕਟੀਵਿਟੀਜ਼ ਜਿਹੜੀਆਂ ਨੇ, ਤਾਂ ਕਿ ਬੱਚੇ ਨੂੰ ਖੇਡ ਦੇ ਵਿੱਚ ਸਿਖਾਇਆ ਜਾ ਸਕੇ। ਇਹ ਜਿਹੜਾ ਕਨਸੈਪਟ ਆਇਆ ਹੈ, ਇਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਜ਼ਿਆਦਾ ਫਾਇਦਾ ਹੋ ਰਿਹਾ ਔਰ ਕਿੰਨਾ ਕੁ ਜ਼ਿਆਦਾ ਇਹਨੂੰ ਅਪਲਾਈ ਕੀਤਾ ਜਾ ਰਿਹਾ ਸਕੂਲਾਂ ਕਾਲਜਾਂ ਦੇ ਵਿੱਚ? ਇਹ ਕਨਸੈਪਟ ਤਾਂ ਬੜਾ ਅੱਛਾ ਜੀ। ਦੇਖੋ ਇਹ 'ਚ ਰੂਸੋ ਹੋਰਾਂ ਨੇ ਵੀ, ਸਾਡੇ ਰਵਿੰਦਰਨਾਥ ਟੈਗੋਰ ਹੋਰਾਂ ਨੇ ਬੜਾ ਜ਼ੋਰ ਲਾਇਆ ਹੈਗਾ ਇਹਨਾਂ 'ਤੇ। ਜਿੰਨੇ ਵੀ ਮਨੁੱਖ ਦਾ ਚਿੰਤਨ, ਮਨੁੱਖ ਦੀ ਚਿੰਤਾ ਕਰਨ ਵਾਲੇ ਇਹ ਪੁਰਸ਼ ਹੋਏ ਨੇ, ਪਰ ਉਹਨਾਂ ਦਾ ਅਜੇ ਤੀਕ ਉਹ ਅਸਰ ਨਹੀਂ ਦਿਸਿਆਗਾ। ਕੁਝ ਸੰਸਥਾਵਾਂ 'ਚ ਹੋ ਸਕਦਾ ਹੈ, ਲੇਕਿਨ ਸਮੂਹਿਕ ਤੌਰ 'ਤੇ ਜਿਹੜਾ ਅਸਰ ਦਿਸਣਾ ਚਾਹੀਦਾ ਹੈ, ਬਿਨਾਂ ਅਸੀਂ ਸਿਲੇਬਸ ਵੀ ਉਹ ਲਗਾ ਲੈਨੇ, ਸਿਲੇਬਸ ਦੇ ਵਿੱਚ ਵੀ ਉਹ, ਜਿਵੇਂ ਵੈਲਕਮ ਲਾਈਫ ਆ, ਹੁਣ ਨਵਾਂ ਸਿਲੇਬਸ ਸ਼ੁਰੂ ਹੋਇਆ, ਲੇਕਿਨ ਮੈਂ ਉਹ ਵੀ ਦੇਖਦਾ ਵੀ ਉਹ ਵੀ ਕ੍ਰੈਮਿੰਗ ਕਰੀ ਜਾਂਦੇ ਬੱਚੇ। ਵੀ ਉਹ ਤਾਂ ਜੀਵਨ ਨੂੰ ਅਸੀਂ ਜੀ ਆਇਆਂ ਆਖਣਾ, ਉਹ ਤਾਂ ਵਿਧੀ ਸਿਖਾਉਣੀ ਅਸੀਂ ਵੀ ਜੀ ਆਇਆਂ ਕਿਵੇਂ ਕਹਿਣਾ, ਪਰ ਉਹਨੂੰ ਬੜਾ ਵੱਡਾ ਬੋਝ ਬਣਾਈ ਬੈਠੇ ਸੀਗੇ। ਠੀਕ ਹੈ ਜੀ। ਸੋ ਇਹ ਹਰ ਵਾਰ ਹੀ ਹੁੰਦਾ ਹੈਗਾ, ਉਹਦੇ ਵਿੱਚ ਵੀ ਪਰਚੀਆਂ ਲੈ ਕੇ ਜਾਣੀਆਂ, ਉਹਦੇ ਵਿੱਚ ਵੀ ਤੁਸੀਂ ਇਹ ਚਿੰਤਾ ਕਰਨੀ ਕਿ ਸੁਪਰਡੈਂਟ ਕੌਣ ਹੈ, ਸਾਡਾ ਪੇਪਰ ਕੌਣ ਲੈ ਰਿਹਾ ਜੀ, ਕਿਵੇਂ ਹੋਏਗਾ ਜੀ। ਸੋ ਇਹ ਗੱਲਾਂ ਜਿਹੜੀਆਂ ਨੇ ਟ੍ਰੈਜਡੀ ਹੈ, ਦੁਖਾਂਤ ਹੈ ਸਾਡੀ ਸਿੱਖਿਆ ਦਾ ਜੀ। ਸੋ ਇਹ ਇਮਤਿਹਾਨਾਂ ਦੀ ਗੱਲ ਤੁਸੀਂ ਕੀਤੀ ਕਿ ਇਮਤਿਹਾਨ ਲੈਣਾ ਜਾਂ ਇਮਤਿਹਾਨ ਦੇਣਾ, ਪਾਸ ਕਰਨਾ, ਸਿਲੇਬਸ ਦੇ ਵਿੱਚੋਂ ਕੁਝ ਆਊਟ ਆਫ ਸਿਲੇਬਸ ਨਾ ਆ ਜਾਵੇ, ਉਹ ਪਾਠਕ੍ਰਮ ਜਿਹੜਾ ਹੈ ਉਹਨੂੰ ਰੱਟਾ ਮਾਰਨਾ, ਕੀ ਇਹਦੇ ਦਾਇਰੇ ਤੋਂ ਕਦੀ ਅਸੀਂ ਬਾਹਰ ਨਿਕਲਾਂਗੇ? ਹਾਂ, ਨਿਕਲ ਸਕਦੇ ਹਾਂ ਜੀ। ਸਾਡੇ ਕੋਲ ਪੂਰਾ ਸਾਲ ਹੈ। ਆਹ ਸੈਸ਼ਨ ਸ਼ੁਰੂ ਹੋਇਆ ਹੁਣ ਸਕੂਲਾਂ ਦਾ, ਔਰ ਕਾਲਜਾਂ ਦਾ ਜਿਹੜਾ ਹੈਗਾ 1 ਮਹੀਨੇ ਬਾਅਦ ਸ਼ੁਰੂ ਹੋ ਜਾਣਾ, 2 ਮਹੀਨੇ ਬਾਅਦ। ਤੇ ਜੇ ਉਹ ਸਿਲੇਬਸ ਕੋਈ ਬਹੁਤਾ ਨਹੀਂਗਾ, ਤੁਸੀਂ ਖੇਡ ਦੇ ਵਿੱਚ ਉਹ ਸਿਲੇਬਸ ਪੜ੍ਹਾ ਸਕਦੇ ਹੋ, ਔਰ ਇੰਨਾ ਕੁ ਜ਼ਿਆਦਾ ਪੜ੍ਹਾ ਸਕਦੇ ਹੋ, ਇੰਨਾ ਕੁ ਜ਼ਿਆਦਾ ਉਹਨਾਂ ਦੇ ਅੰਦਰ ਵਸਾ ਸਕਦੇ ਹੋ, ਉਹਨਾਂ ਨੂੰ ਐਂ ਲੱਗੇਗਾ ਕਿ ਇਹ ਤਾਂ ਸਾਡੀ ਗੱਲ ਹੈ। ਜੇ ਕੋਈ ਕਹਾਣੀ ਪੜ੍ਹਾ ਰਹੇ ਹੋ ਤੁਸੀਂ, ਪਤਾ ਲੱਗਦਾ ਬੱਚੇ ਨੂੰ, ਜੇ ਸਾਹਿਤ ਦਾ ਅਧਿਆਪਕ ਹੈ ਤਾਂ ਵੀ ਸਾਡੀ ਗੱਲ ਹੈ ਕੀਤੀ ਇਸ ਕਹਾਣੀਕਾਰ ਨੇ। ਕਵਿਤਾ ਪੜ੍ਹਾ ਰਹੇ ਹੋ, ਮੈਂ ਪਿੱਛੇ +2 ਨੂੰ ਪੜ੍ਹਾ ਰਿਹਾ ਸੀ, ਮੇਰਾ ਬਚਪਨ, ਡਾਕਟਰ ਹਰਭਜਨ ਸਿੰਘ ਦੀ ਕਵਿਤਾ ਹੈਗੀ ਆ। ਉਹਨਾਂ ਦੇ ਪਿਤਾ ਮਰ ਗਏ ਸਨ ਜਨਮ ਛੋਟੇ ਹੁੰਦਿਆਂ ਹੀ, ਤੇ ਉਸ ਤੋਂ ਬਾਅਦ ਉਹਨੇ ਇਹ ਕਵਿਤਾ ਨਿਕਲੀ ਸੀ, ਮਤਲਬ ਉਹਨਾਂ ਦੀ ਆਈ ਸੀ ਕਿ ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਉਹ ਸਾਰੀ ਦੀ ਸਾਰੀ ਕਵਿਤਾ ਜਿਹੜੀ ਹੈਗੀ ਆ ਉਸ ਇੱਕ ਪਿਓਹੀਣੇ ਬੰਦੇ ਦੀ ਸਥਿਤੀ ਹੈ। ਤੇ ਜਦੋਂ ਉਹ ਕਲਾਸ 'ਚ ਸਮਝਾਈ ਤਾਂ ਉਸ ਵੇਲੇ ਉਹ ਵਿਦਿਆਰਥੀ ਜਿਹੜੇ ਆ ਉਹਨੂੰ ਯਾਦ ਕਰ ਲਿਆ ਉਹਨਾਂ ਨੇ। ਇਹ ਤਾਂ ਸਾਡੀ ਸਥਿਤੀ ਹੈ, ਤਾਂ ਇਹ ਤਾਂ ਕੱਜਾਂ ਦੀ ਸਥਿਤੀ ਹੈ ਸਾਡੀ, ਸਾਡਾ ਬਚਪਨ ਨਹੀਂ ਆਏਗਾ ਜੀ। ਬਿਲਕੁਲ ਜੀ, ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ, ਪਰ ਫਿਲਹਾਲ ਵੇਲਾ ਹੋ ਰਿਹਾ ਜੀ ਇੱਕ ਗੀਤ ਦਾ। ਵਾਪਸ ਆਉਂਦੇ ਹਾਂ ਗੀਤ ਤੋਂ ਬਾਅਦ ਜੀ। ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ, ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਸੱਕਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਸੱਕਿਆਂ ਭਰਾਵਾਂ ਵਾਂਗੂ
ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਹਰ ਇੱਕ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਵਧੇ ਫੁੱਲੇ ਸਕੂਲ ਜਾਵੇ, ਪੜ੍ਹਾਈ ਕਰੇ ਔਰ ਉਸ ਤੋਂ ਬਾਅਦ ਉਹਨਾਂ ਦਾ ਨਾਮ ਰੌਸ਼ਨ ਕਰੇ। ਉਹਦੇ ਲਈ ਬੱਚਾ ਵੀ ਦਿਨ ਰਾਤ ਮਿਹਨਤ ਕਰਦਾ ਹੈ, ਪਰ ਕਈ ਵਾਰੀ ਆਪਣੇ ਮਨ ਦੇ ਉੱਪਰ ਇੰਨਾ ਜ਼ਿਆਦਾ ਬੋਝ ਬਣਾ ਦਿੰਦਾ ਹੈ ਕਿ ਉਹ ਗਿਆਨ ਤੇ ਵਿੱਦਿਆ ਦੇ ਵਿੱਚ ਫਰਕ ਮਹਿਸੂਸ ਕਰ ਹੀ ਨਹੀਂ ਪਾਉਂਦਾ। ਉਹ ਵਿੱਦਿਆ ਨੂੰ ਵਿਕਾਸ ਦੇ ਨਾਲ ਨਹੀਂ ਤੋਰ ਪਾਉਂਦਾ। ਫਿਰ ਜਿਹੜੀ ਉਹ ਖੜੋਤ ਆਉਂਦੀ ਹੈ, ਉਸ ਦੇ ਉੱਪਰ ਹੀ ਸਾਡੀ ਇਹ ਚਰਚਾ ਚੱਲ ਰਹੀ ਹੈ ਕਿ ਆਖਰ ਵਿੱਦਿਆ ਤੇ ਵਿਕਾਸ ਦੇ ਚਲਦਿਆਂ ਇਹ ਕਦਰਾਂ ਕੀਮਤਾਂ ਕਿਤੇ ਪਿੱਛੇ ਤਾਂ ਨਹੀਂ ਰਹਿ ਗਈਆਂ, ਕਿਤੇ ਅਸੀਂ ਵਿੱਦਿਆ ਦੇ ਅਸਲ ਮਕਸਦ ਨੂੰ, ਵਿਕਾਸ ਨੂੰ ਭੁੱਲਦੇ ਤਾਂ ਨਹੀਂ ਜਾ ਰਹੇ। ਔਰ ਇਸੇ ਵਿਸ਼ੇ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਜੀ ਡਾਕਟਰ ਦਵਿੰਦਰ ਸੈਫੀ ਜੀ। ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲ ਆਪਾਂ ਕਰ ਰਹੇ ਸੀ ਪੜ੍ਹਾਉਣ ਦੀ। ਸੋ ਤੁਸੀਂ ਜਦੋਂ ਗੱਲ ਕੀਤੀ ਹੈ ਕਿ ਮੈਂ ਪੜ੍ਹਾ ਰਿਹਾ ਸੀ ਕਵਿਤਾ, ਔਰ ਕਵਿਤਾ ਨੂੰ ਵੀ ਮੈਂ ਸੁਨੇਹੇ ਦੇ ਤੌਰ 'ਤੇ ਔਰ ਆਪਣੀ ਜ਼ਿੰਦਗੀ ਦੇ ਉੱਪਰ ਢਾਲ ਕੇ ਬੱਚਿਆਂ ਨੂੰ ਦੱਸਿਆ। ਸੋ ਆਮ ਤੌਰ 'ਤੇ ਟੀਚਰ ਕਈ ਵਾਰੀ ਇਹ ਚੀਜ਼ ਕਰਨਾ ਭੁੱਲ ਜਾਂਦੇ ਆ। ਅਸੀਂ ਬੀਐਡ ਵੀ ਜਦੋਂ ਪੜ੍ਹਦੇ ਹਾਂ ਤਾਂ ਉਸ ਵੇਲੇ ਵੀ ਸਿਖਾਇਆ ਜਾਂਦਾ ਕਿ ਇੱਕ ਟੀਚਰ ਅਤੇ ਸਟੂਡੈਂਟ ਦਾ ਰਿਲੇਸ਼ਨ ਕੀ ਹੋਣਾ ਚਾਹੀਦਾ ਹੈ, ਇੱਕ ਮਾਂ ਅਤੇ ਬੱਚੇ ਵਾਲਾ ਹੋਣਾ ਚਾਹੀਦਾ ਹੈ। ਪਰ ਕਈ ਵਾਰੀ ਉਹ ਕਿਤੇ ਨਾ ਕਿਤੇ ਮਿਸ ਹੁੰਦਾ ਜਾ ਰਿਹਾ। ਇਹ ਜਿਹੜੇ ਵਿਦਿਆਰਥੀਆਂ ਦੇ ਲਈ ਜਿਹੜੇ ਅਧਿਆਪਕ ਨੇ ਉਹ ਕੀ ਰੋਲ ਨਿਭਾ ਸਕਦੇ ਨੇ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋਵੇ? ਅਧਿਆਪਕ ਕੇਂਦਰੀ ਰੋਲ ਨਿਭਾ ਸਕਦੇ ਨੇ ਜੀ। ਕੇਂਦਰੀ ਭੂਮਿਕਾ ਅਧਿਆਪਕ ਦੀ ਹੈ ਜੀ। ਬਿਨਾਂ ਸ਼ੱਕ ਮਾਤਾ ਪਿਤਾ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਪਰ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਕਿਉਂਕਿ ਅਧਿਆਪਕ ਦੀ ਗੱਲ ਨੂੰ ਬੱਚਾ ਜ਼ਿਆਦਾ ਗਹਿਰਾਈ ਤੋਂ ਦੇਖਦਾ ਹੈ, ਸੁਣਦਾ ਹੈ, ਉਹਦੇ ਜੀਵਨ ਦੀ ਹਰ ਚਾਲ ਨੂੰ ਪਹਿਚਾਣਦਾ ਹੈ ਜੀ। ਸੋ ਅਧਿਆਪਕ ਬੜੀ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸਵਾਲ ਇਹ ਹੈ ਕਿ ਜੇ ਤਾਂ ਤੁਸੀਂ ਸਿਰਫ ਤਕਨੀਕੀ ਗਿਆਨ, ਜੇ ਤੁਸੀਂ ਬੀਐਡ ਦੀ ਗੱਲ ਕੀਤੀ ਹੈ ਜੀ, ਬੀਐਡ ਕਾਲਜਾਂ 'ਚ ਮੈਂ ਪੜ੍ਹਾਇਆ, ਜਿਹੜਾ ਤੁਸੀਂ ਵੀ ਬਣਾਏ ਹੋਣੇ ਚਾਰਟ ਵਗੈਰਾ ਜੀ, ਤੇ ਉਹ ਕਾਹਦੇ ਲਈ ਸੀਗੇ? ਸਾਡੀ ਬਲੈਕ ਬੋਰਡ ਰਾਈਟਿੰਗ ਕਾਹਦੇ ਲਈ ਸੀਗੀ? ਸਾਡੇ ਅੰਦਰ ਦੀ ਕਲਾ ਨੂੰ ਉਜਾਗਰ ਕਰਨ ਵਾਸਤੇ, ਸਾਨੂੰ ਕਲਾ ਦੇ ਨਾਲ ਜੋੜਨ ਵਾਸਤੇ, ਸਾਡੇ 'ਚ ਸੋਹਜ ਪੈਦਾ ਕਰਨ ਵਾਸਤੇ। ਪਰ ਉਹ ਹੈਰਾਨੀ ਦੀ ਗੱਲ ਹੈ ਕਿ ਸਾਡੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਦੇ ਉੱਤੇ ਇਹ ਲਿਖ ਕੇ ਲਾਇਆ ਹੋਇਆ ਹੈ ਕਿ ਇੱਥੋਂ ਚਾਰਟ ਬਣਾ ਸਕਦੇ ਹੋ, ਇੱਥੋਂ ਬਣੇ ਬਣਾਏ ਚਾਰਟ ਮਿਲਦੇ ਨੇ ਜੀ। ਬਿਲਕੁਲ ਠੀਕ ਹੈ ਜੀ। ਸੋ ਕਿੱਥੇ ਰਹਿ ਗਈ ਉਹ ਗੱਲ? ਜਿਹੜਾ ਅਧਿਆਪਕ ਦੇ ਅੰਦਰ ਵਿਕਾਸ ਹੋਣਾ ਸੀਗਾ, ਸੋਹਣੀ ਲਿਖਾਈ ਦਾ, ਕੁਝ ਅੱਛਾ ਚਿਤਰੜਨ ਦਾ, ਉਹ ਤਾਂ ਪਿੱਛੇ ਰਹਿ ਗਿਆ। ਤੇ ਦੂਸਰੇ ਪਾਸੇ ਮੈਨੂੰ ਲੱਗਦਾ ਕਿ ਸੈਂਕੜੇ ਬੀਐਡ ਕਾਲਜ ਜਿਨ੍ਹਾਂ ਦੇ ਵਿੱਚ ਉਹ ਵਿਦਿਆਰਥੀ ਦੇਖੇ ਮੈਂ ਜਿਹੜੇ ਕਹਿੰਦੇ ਨੇ ਅਸੀਂ ਨਾਨ ਅਟੈਂਡੈਂਟ ਹੈ, ਅਸੀਂ ਆਉਣਾ ਨਹੀਂ ਗਾ, ਅਸੀਂ ਟੀਚਿੰਗ ਪ੍ਰੈਕਟਿਸ ਨਹੀਂ ਕਰਨੀ ਗੀ, ਅਸੀਂ ਕਾਪੀਆਂ ਵਗੈਰਾ ਨਹੀਂ ਬਣਾਉਣੀਆਂ, ਕੁਛ ਵੀ, ਅਸੀਂ ਤਾਂ ਸਰਟੀਫਿਕੇਟ ਲੈਣਾ ਹੈਗਾ, ਪੈਸੇ ਅਸੀਂ 50,000 ਜ਼ਰੂਰ ਵੱਧ ਦੇ ਦਿਆਂਗੇ। ਸੋ ਇਹ ਸਾਰੀ ਸਮੱਸਿਆ ਕਿੱਥੇ ਖੜ ਗਈ? ਔਰ ਉਹ ਅਧਿਆਪਕ ਜਿਹਨੇ ਲਿਖਣਾ ਨਹੀਂ ਸਿੱਖਿਆ, ਜਿਹਨੇ ਭਾਸ਼ਾ ਨਹੀਂ ਸਿੱਖੀ, ਜਿਹਨੇ ਬੋਲਣਾ ਨਹੀਂ ਸਿੱਖਿਆ, ਜਿਹਨੇ ਵਿਦਿਆਰਥੀ ਦੀ ਭਾਵਨਾ ਸਮਝਣੀ ਨਹੀਂ ਸਿੱਖੀ ਗਈ, ਵਿਦਿਆਰਥੀ ਦੇ ਬੋਲਣ ਦਾ ਢੰਗ ਨਹੀਂ ਦੇਖਿਆ, ਬੈਠਣ ਦਾ ਢੰਗ ਨਹੀਂ ਦੇਖਿਆ, ਉਹਦੀ ਪਰੇਸ਼ਾਨੀ ਨਹੀਂ ਦੇਖੀ, ਘਰੋਂ ਕਿਵੇਂ ਆਇਆ ਉਹ, ਤਾਂ ਉਹ ਕਿਵੇਂ ਉਹਦੇ ਤੱਕ ਪਹੁੰਚੂਗਾ ਜੀ? ਉਹਦੀ ਗੱਲ ਕਿਵੇਂ ਪਹੁੰਚੂ ਉਹਦੇ ਤੱਕ? ਉਹਦੀ ਸਮੱਸਿਆ ਕਿਵੇਂ ਸੁਣੂਗਾ? ਤੇ ਫਿਰ ਉਹ ਅਧਿਆਪਕ ਜਿਹੜਾ ਉੱਥੋਂ ਸਰਟੀਫਿਕੇਟ ਲੈ ਕੇ ਚਲਾ ਗਿਆ, ਜਿਹੜਾ ਉੱਥੋਂ ਜੁਗਾੜ ਲਾ ਸਕਦਾ ਹੈ ਕਾਲਜ ਵਿੱਚੋਂ ਨਾਨ ਅਟੈਂਡੈਂਟ ਹੋ ਕੇ, ਉਹ ਨੌਕਰੀ 'ਚ ਵੀ ਜੁਗਾੜ ਲਾਏਗਾ। ਠੀਕ ਹੈ ਜੀ। ਔਰ ਉੱਥੇ ਜਾ ਕੇ ਫਿਰ ਉਹ ਅੱਗੇ ਉਹਦੀ ਵਾਹ ਜਿਹੜਾ ਪੈਣਾ 5-4 ਹਜ਼ਾਰ ਬੱਚਿਆਂ ਦੇ ਨਾਲ ਸਾਰੀ ਉਮਰ 'ਚ, ਉਹਨਾਂ ਦੀ ਜ਼ਿੰਦਗੀ ਕਿੱਥੇ ਖੜੀ ਹੈ? ਇਹ ਸਮੱਸਿਆ ਹੈਗੀ ਹੈ। ਇਹ ਸਾਡੀਆਂ ਸੰਸਥਾਵਾਂ ਜੇ ਉਹਨਾਂ ਨੂੰ ਜਿਹੜੀ ਮਾਨਤਾ ਦੇਣੀ ਹੈ, ਉੱਥੇ ਬਹੁਤ ਵੱਡੀ ਨਿਗਾਹ ਰੱਖਣ ਦੀ ਜ਼ਰੂਰਤ ਹੈ। ਕਿਹੜੇ ਬੰਦੇ ਕਾਲਜ ਚਲਾ ਰਹੇ ਨੇ, ਉਹਦੀ ਆਪਣੀ ਯੋਗਤਾ ਕੀ ਹੈ, ਉਹਦੀ ਆਪਣੀ ਸੈਂਸਿਟੀਵਿਟੀ ਕੀ ਹੈ ਸਮਾਜ ਦੇ ਪ੍ਰਤੀ, ਉਹਦੀ ਸੇਵਾ ਕੀ ਹੈ? ਨਾਮ ਸੇਵਾ ਦਾ ਚੱਲਦਾ ਹੈ, ਨਾਮ ਸਿੱਖਿਆ ਸੇਵਾ ਦਾ ਚੱਲਦਾ ਹੈ, ਲੇਕਿਨ ਗੱਲ ਅਸਲ ਵਿੱਚ ਹੋਰ ਹੁੰਦੀ ਹੈਗੀ। ਸੋ ਬਹੁਤ ਜ਼ਰੂਰਤ ਹੈ ਇਹਦੇ ਬਾਰੇ। ਸਰਕਾਰ ਨੂੰ ਖਾਸ ਤੌਰ 'ਤੇ ਸੋਚਣ ਦੀ ਜ਼ਰੂਰਤ ਹੈ, ਪ੍ਰਬੰਧਾਂ ਨੂੰ ਸੋਚਣ ਦੀ, ਪ੍ਰਸ਼ਾਸਨ ਨੂੰ ਸੋਚਣ ਦੀ ਜ਼ਰੂਰਤ ਹੈ, ਜੇ ਅਸੀਂ ਸਿੱਖਿਆ ਬਚਾਉਣੀ ਹੈ ਤਾਂ ਜੀ। ਸਿੱਖਿਆ ਦਾ ਜਿਹੜਾ ਵਪਾਰੀਕਰਨ ਹੋ ਰਿਹਾ ਹੈ, ਔਰ ਇਹ ਵਾਕਈ ਹੀ ਸੋਚਣ ਵਾਲੀ ਗੱਲ ਹੈ। ਤੇ ਇਹ ਵਪਾਰੀਕਰਨ ਤੁਸੀਂ ਕਹਿ ਰਹੇ ਹੋ ਵੀ ਇਹਦੇ 'ਚ ਸਰਕਾਰ ਨੂੰ ਵੀ ਸੋਚਣਾ ਪਵੇਗਾ, ਪਰ ਅਕਸਰ ਅਸੀਂ ਇਹ ਵੀ ਦੇਖਦੇ ਹਾਂ ਕਿ ਇਹਨਾਂ ਹੀ ਸਕੂਲਾਂ ਕਾਲਜਾਂ ਦੇ ਵਿੱਚੋਂ ਬੱਚੇ ਜਦੋਂ ਨਿਕਲਦੇ ਨੇ, ਅੱਗੇ ਜਾ ਕੇ ਉਹਨਾਂ ਦਾ ਭਵਿੱਖ ਜਿਹੜਾ ਹੈ ਕੋਈ ਬਹੁਤਾ ਸੁਨਹਿਰੀ ਨਹੀਂ ਹੋ ਪਾਉਂਦਾ। ਸੋ ਵਿਕਾਸ ਕਿਤੇ ਨਾ ਕਿਤੇ ਰੁਕ ਜਾਂਦਾ ਹੈ। ਪਰ ਦੂਜੇ ਪਾਸੇ ਜੇ ਅਸੀਂ ਦੇਖੀਏ ਤੇ ਜਿਨ੍ਹਾਂ ਨੇ ਕਦੀ ਕਿਤਾਬਾਂ ਦੇ ਨਾਲ ਵਾਹ ਵੀ ਨਹੀਂ ਪਾਇਆ ਹੁੰਦਾ, ਜਿਹੜੇ ਕਦੀ ਸਕੂਲ ਕਾਲਜ ਦੇ ਅੱਗਿਓਂ ਵੀ ਨਹੀਂ ਲੱਗੇ ਹੁੰਦੇ, ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ, ਜਿਹੜਿਆਂ ਨੇ ਵਿੱਦਿਆ ਹਾਸਲ ਨਹੀਂ ਕੀਤੀ, ਉਹਦੇ ਬਾਵਜੂਦ ਉਹਨਾਂ 'ਚ ਲਿਆਕਤ ਹੈ, ਉਹਨਾਂ ਦੀ ਗੱਲਾਂ 'ਚ ਪੁਖਤਗੀ ਹੈ, ਉਹ ਕਿਵੇਂ ਹੈ ਔਰ ਸਾਡੀ ਪੀੜ੍ਹੀ ਨੂੰ ਉਹਨਾਂ ਤੋਂ ਕੀ ਸਿੱਖਣ ਦੀ ਲੋੜ ਹੈ? ਹਾਂ ਰੀਮਾ ਜੀ, ਮੈਂ ਦੇਖਿਆ ਜੀ ਜਿਹੜੇ ਵੱਡੇ ਗੁਣ ਹੈ, ਜਿਨ੍ਹਾਂ ਨੂੰ ਅਸੀਂ ਸੱਚ ਕਹਿ ਦਿੰਦੇ ਹਾਂ, ਸਿਦਕ ਕਹਿ ਦਿੰਦੇ ਹਾਂ, ਠੀਕ ਹੈ,
ਇਮਾਨਦਾਰੀ ਕਹਿ ਦਿੰਦੇ ਆ, ਤਸੱਲੀ ਆਪਣੇ ਆਪ 'ਚ ਹੋਣੀ, ਭਰਪੂਰਤਾ ਹੋਣੀ, ਜਿਹੜੇ ਬੰਦੇ ਦੇ ਉੱਚੇ ਗੁਣ ਨੇ ਜੀ, ਇਹ ਉਹਨਾਂ ਲੋਕਾਂ 'ਚ ਜ਼ਿਆਦਾ ਹੈ। ਔਰ ਮੈਂ ਕਈ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜਦੋਂ ਕੋਈ ਸੌਦਾ ਕਰ ਲੈਂਦੇ ਸੀ ਆਪਣੀ ਜ਼ਮੀਨ ਦਾ, ਘਰ ਦਾ ਜਾਂ ਕੋਈ ਵੇਚਦੀ, ਤਾਂ ਅਗਲੇ ਦਿਨ ਉਹਨਾਂ ਨੂੰ ਚਾਹੇ ਉਸ ਤੋਂ ਦੁੱਗਣੇ ਪੈਸੇ ਵੱਧ ਮਿਲਦੇ ਸੀਗੇ, ਉਹ ਕਹਿੰਦੇ ਸੀ ਨਹੀਂ ਸਾਡੀ ਜ਼ੁਬਾਨ ਹੋਈ ਹੈ ਜੀ, ਜ਼ੁਬਾਨ ਤੇ ਟਿਕੇ ਹੁੰਦੇ ਸੀ। ਤੇ ਅੱਜ ਅਸੀਂ ਕੀ ਦੇਖਦੇ ਹਾਂ, ਔਰ 1 ਮਿੰਟ 'ਚ ਬੰਦਾ ਪਲਟਦਾ ਹੈ, ਥੋੜੇ ਜਿਹੇ ਪੈਸਿਆਂ ਦੇ ਵੱਧ ਨਾਲ ਪਲਟਦਾ ਹੈਗਾ ਜੀ, ਗੱਲ ਬਦਲਦਾ, ਉਹ ਆਪਣੀ ਅੱਜ ਗੱਲ ਹੋਰ ਹੈ, ਕੱਲ ਹੋਰ ਹੈ, ਕਹਿਣੀ ਹੋਰ ਹੈ, ਕਰਨੀ ਹੋਰ ਹੈ। ਤੇ ਜਦੋਂ ਬਾਬੇ ਕਹਿੰਦੇ ਆ ਵੀ ਜੈ ਕਰਨੀ ਤੈ ਪੂਰੀ ਮੱਤ, ਕਰਨੀ ਬਾਝੋਂ ਕੱਟੇ ਘੱਟ, ਜਿੱਥੇ ਕਰਨੀ ਹੈ ਨਹੀਂ ਗੀ ਉੱਥੇ ਮੱਤ ਕਾਹਦੀ ਆਉਣੀ ਹੈਗੀ ਹੈ, ਤੇ ਉੱਥੇ ਵਿਦਿਆ ਕਿੱਥੇ ਟਿਕਦੀ ਹੈਗੀ ਹੈ। ਉਹ ਵਿਦਿਆ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸਿਰਫ ਸਰਟੀਫਿਕੇਟਾਂ ਵਾਲੀ ਵਿਦਿਆ ਰਹਿ ਗਈ, ਉਹ ਕੋਈ ਵੀ ਲੈ ਸਕਦਾ ਹੈਗਾ, ਉਹ ਤਾਂ ਮਸ਼ੀਨੀ ਵਿਦਿਆ ਹੈਗੀ ਹੈ ਜੀ। ਤੁਸੀਂ ਇਹ ਦੇਖੋ, ਆਪਾਂ ਸਾਰਾ ਸਾਲ ਸਾਨੂੰ ਇਹ ਹਦਾਇਤਾਂ ਆਉਂਦੀਆਂ ਨੇ ਕਿ ਤੁਸੀਂ ਸੁਬਾਹ ਅੱਧਾ ਘੰਟਾ ਜਾਂ 20 ਮਿੰਟ ਪ੍ਰੇਅਰ ਦੇ ਵਿੱਚ ਬੱਚਿਆਂ ਨੂੰ ਨੈਤਿਕ ਸੰਦੇਸ਼ ਦੇਣੇ ਨੇ, ਉਹਨੂੰ ਅੱਛਾ ਬਣਾਉਣਾ ਹੈ। ਆਪਾਂ ਦਿੰਦੇ ਹਾਂ, ਨੈਤਿਕਤਾ ਦੀਆਂ ਕਿਤਾਬਾਂ ਵੀ ਪੜ੍ਹਾਉਣੇ ਉਹਨਾਂ ਨੂੰ, ਲਾਇਬ੍ਰੇਰੀਆਂ ਵਿੱਚ ਵੀ ਲੈ ਕੇ ਜਾਂਦੇ ਹਾਂ। ਪਰ ਪੇਪਰਾਂ ਵੇਲੇ ਕੀ ਹੋ ਜਾਂਦਾ ਹੈ, ਪੇਪਰਾਂ ਵੇਲੇ ਉਹ ਕਿਉਂ ਇਸ ਤਰ੍ਹਾਂ ਕਹਿੰਦੇ ਨੇ ਕਿ ਸਾਨੂੰ ਕੋਈ ਦਿਖਾ ਦੇਵੇ, ਸਾਨੂੰ ਹੈਲਪ ਮਿਲ ਜੇ, ਜਦੋਂ ਕਿ ਉਦੋਂ ਉਹਨਾਂ ਅੰਦਰ ਇੰਨਾ ਗੌਰਵ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਦਿਖਾਉਣਾ ਵੀ ਚਾਹੇ, ਉਹਨਾਂ ਨੂੰ ਕੋਈ ਹੈਲਪ ਵੀ ਕਰਨੀ ਚਾਹੇ, ਤਾਂ ਵੀ ਉਹ ਕਹਿਣ ਵੀ ਨਹੀਂ, ਮੈਂ ਆਪਣਾ ਮਾਲਕ ਆਪ ਹੈ, ਮੈਂ ਆਪ ਜ਼ਿੰਮੇਵਾਰ ਹਾਂ, ਮੇਰੀ ਬੁੱਧੀ ਜ਼ਿੰਮੇਵਾਰ ਹੈ ਇਹਦੀ। ਮੈਂ ਜਦੋਂ ਪੇਪਰਾਂ ਤੋਂ ਸ਼ੁਰੂ ਗੱਲ ਕਰ ਰਿਹਾ ਸੀ ਬੱਚਿਆਂ ਨੂੰ, ਮੈਂ ਕਿਹਾ ਦੇਖੋ ਮਾਹੌਲ ਕਿਸ ਤਰ੍ਹਾਂ ਦੇ ਆ, ਕਿਸ ਤਰ੍ਹਾਂ ਦੇ ਤੁਸੀਂ ਸੈਂਟਰ 'ਚ ਜਾਣਾ ਹੈਗਾ, ਹੋ ਸਕਦਾ ਹੈ ਕਿ ਤੁਹਾਨੂੰ ਸਹਾਇਤਾ ਮਿਲੇ ਕਿਤੋਂ, ਜਾਂ ਤੁਸੀਂ ਇੱਕ ਦੂਜੇ ਤੋਂ ਕੁਝ ਨਾ ਕੁਝ ਸਹਾਇਤਾ ਲਵੋ। ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਪੁੱਛੋਗੇ ਕੁਝ ਕਿਸੇ ਤੋਂ, ਕੋਈ ਮਦਦ ਲਓਗੇ, ਤੁਹਾਡੀ ਰੀੜ੍ਹ ਦਾ ਇੱਕ ਮਣਕਾ ਡਿੱਗ ਪੈਣਾ, ਸਮਝ ਲਓ ਟੁੱਟ ਗਿਆ। ਤੇ ਜਿੰਨੇ ਵਾਰ ਤੁਸੀਂ ਪੁੱਛ ਲਿਆ, ਜਿੰਨੇ ਵਾਰ ਮਦਦ ਲੈ ਲਈ, ਤੁਹਾਡੀ ਰੀੜ੍ਹ ਦੇ ਮਣਕੇ ਟੁੱਟੀ ਜਾਣਗੇ ਤੇ ਤੁਸੀਂ ਕੁੱਬੇ ਹੁੰਦੇ ਜਾਓਗੇ, ਔਰ ਸਾਰੀ ਉਮਰ ਤੁਹਾਡੇ 'ਚੋਂ ਕੁੱਬ ਪਵੇਗਾ, ਤੁਹਾਡੀ ਰੀੜ੍ਹ ਕਦੇ ਸਿੱਧੀ ਨਹੀਂ ਹੋਣੀਗੀ, ਤੁਹਾਡੇ 'ਚ ਆਤਮ ਗੌਰਵ ਪੈਦਾ ਨਹੀਂ ਹੋਣਾਗਾ, ਤੁਹਾਡੇ 'ਚ ਚੋਰੀ ਦੀ ਆਦਤ ਹੈ ਇਹਨੂੰ ਇੰਝ ਨਾ ਕਹੋ। ਅੱਛਾ, ਮੈਂ ਹੈਰਾਨ ਹਾਂ ਜੀ, ਸਾਡੇ ਅਧਿਆਪਕ ਜਿਹੜੇ ਇੰਨਾ ਕੁਝ ਪੜ੍ਹ ਲਿਖ ਕੇ ਆਉਂਦੇ ਆ, ਉਹ ਵੀ ਇਸ ਗੱਲ ਨੂੰ, ਆਪਾਂ ਨੀਤੀ ਦੀ ਗੱਲ ਕੀਤੀ ਸੀ ਨਾ, ਵੀ ਕਿਵੇਂ ਅਨੈਤਿਕਤਾ ਨੂੰ ਨੀਤੀ ਬਣਾ ਲੈਂਦੇ ਅਸੀਂ ਆਪਣੀ ਬੁਰਾਈਆਂ ਦੇ ਉੱਪਰ ਵੀ ਚੰਗਿਆਈਆਂ। ਕਈ ਵਾਰ ਮੈਂ ਆਬਜ਼ਰਵਰ ਬਣ ਕੇ ਗਿਆ ਜੀ, ਉੱਥੇ ਮੈਂ ਦੇਖਿਆ ਇਸ ਤਰ੍ਹਾਂ ਦਾ ਮਾਹੌਲ, ਤੇ ਮੈਂ ਸੁਪਰਡੈਂਟ ਨੂੰ ਆਖਿਆ, ਮੈਂ ਕਿਹਾ ਇਹ ਕੀ ਕਰੀ ਜਾਂਦੇ ਯਾਰ ਤੁਸੀਂ? ਕਹਿੰਦੇ ਜੀ ਚਲੋ ਬੱਚਿਆਂ ਦਾ ਭਲਾ ਹੋ ਜਾਊਗਾ। ਮੈਂ ਕਿਹਾ ਭਲਾ? ਇਹ ਭਲਾ ਕਾਹਦਾ ਹੈਗਾ? ਜੇ ਤੁਸੀਂ ਇਸ ਥਾਂ ਤੇ ਇਹ ਗੱਲ ਕਰਾ ਰਹੇ ਹੋ, ਉਹ ਬੱਚਾ ਨੌਕਰੀ 'ਚ ਵੀ ਇਸ ਤਰ੍ਹਾਂ ਹੀ ਕਰੇਗਾ ਜੀ, ਅੱਗੇ ਜਾ ਕੇ। ਜੇ ਉਹ ਕਹਿੰਦੇ ਚਲੋ ਫੌਜ 'ਚ ਭਰਤੀ ਹੋ ਜਾਣਗੇ, ਮੈਂ ਕਿਹਾ ਫੌਜ 'ਚ ਦੇਸ਼ ਦੀ ਭਲਾਈ ਨਹੀਂ ਕਰੇਗਾ ਉਹ, ਜਿਹੜਾ ਇੱਥੇ ਕਨਿੰਗ ਕਰਦਾ ਹੈਗਾ, ਦੇਸ਼ ਦੀ ਕਿਵੇਂ ਇਮਾਨਦਾਰੀ ਨਾਲ ਰੱਖਿਆ ਕਰੇਗਾ ਉਹ ਜੀ। ਸੋ ਇਹ ਗੱਲ ਸਾਨੂੰ ਸੋਚਣ ਦੀ ਜ਼ਰੂਰਤ ਹੈ। ਜੇ ਅਸੀਂ ਅੱਜ ਉਹਨੂੰ ਚੋਰੀ ਦੀ ਆਦਤ ਸਿਖਾਉਂਦੇ ਹਾਂ, ਅੱਜ ਅਸੀਂ ਦੂਸਰੇ ਤੇ ਨਿਰਭਰ ਹੋਣ ਦੀ, ਕਨਿੰਗ ਦੀ ਆਦਤ, ਕਲੈਵਰਨੈਸ ਦੀ ਆਦਤ ਸਿਖਾਉਂਦੇ ਹਾਂ, ਤੇ ਇਹ ਸਾਰਾ ਅਸੀਂ ਦੇਸ਼ ਸਾਡਾ ਸ਼ਰਾਬ ਭੁਗਤਦਾ ਹੈਗਾ, ਸਾਡਾ ਪਰਿਵਾਰ, ਸਾਡਾ ਸਮਾਜ ਉਹ ਸ਼ਰਾਬ ਭੁਗਤਦਾ ਫਿਰ ਜੀ। ਸੋ ਇਹ ਜਿਹੜੀਆਂ ਕਦਰਾਂ ਕੀਮਤਾਂ ਨੇ ਲੁਪਤ ਹੁੰਦੀਆਂ ਜਾ ਰਹੀਆਂ ਨੇ ਵਿਦਿਆ ਤੇ ਵਿਕਾਸ ਦੇ ਵਿੱਚ। ਅੱਜ ਅਸੀਂ ਕਦਰਾਂ ਕੀਮਤਾਂ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਹਾਂ ਵੀ ਇਹ ਕਿਵੇਂ ਹੋਣੀਆਂ ਚਾਹੀਦੀਆਂ। ਆਮ ਤੌਰ 'ਤੇ ਅਸੀਂ ਇਹ ਗੱਲ ਦੇਖਦੇ ਹਾਂ ਕਿ ਬੱਚੇ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ, ਲੇਕਿਨ ਉਹ ਮਾਂ-ਬਾਪ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਗਏ ਹੁੰਦੇ, ਉਹ ਜਨਰੇਸ਼ਨ ਗੈਪ ਹੈ, ਸਾਨੂੰ ਜ਼ਿਆਦਾ ਪਤਾ ਹੈ। ਅਸੀਂ ਇਹੀ ਆਪਣੇ ਮਾਂ-ਬਾਪ ਨੂੰ ਕਹਿ ਦਿੰਦੇ ਤੁਹਾਨੂੰ ਤਾਂ ਕੁਛ ਵੀ ਨਹੀਂ ਆਉਂਦਾ ਜਾਂਦਾ। ਉਹ ਜਿਹੜਾ ਗੈਪ ਹੈ ਜਿਹਦੇ ਵਿੱਚ ਅਸੀਂ ਬਜ਼ੁਰਗਾਂ ਦਾ ਆਦਰ ਸਨਮਾਨ ਕਰਨਾ ਭੁੱਲ ਚੁੱਕੇ ਹਾਂ, ਕਨਿੰਗ ਹੋ ਗਏ ਹਾਂ, ਪਦਾਰਥਵਾਦੀ ਹੋ ਗਏ ਹਾਂ, ਅਗਾਂਹ-ਵਧੂ ਹੋ ਗਏ ਹਾਂ, ਔਰ ਕਿਸੇ ਦਾ ਸੋਚਦੇ ਵੀ ਨਹੀਂ ਆ। ਅਸੀਂ 1 ਸੈਕਿੰਡ ਨਹੀਂ ਲਾਉਂਦੇ ਕਿਸੇ ਦਾ ਦਿਲ ਤੋੜਨ ਲੱਗਿਆ, ਕਿਸੇ ਨੂੰ ਨੀਵਾਂ ਦਿਖਾਉਣ ਲੱਗਿਆ। ਇਹ ਵਰਤਾਰਾ ਜਿਹੜਾ ਹੈ ਬਹੁਤ ਹੀ ਮਾੜਾ ਹੈ, ਸਪੈਸ਼ਲੀ ਮਾਂ-ਬਾਪ ਦੇ। ਜੇ ਅਸੀਂ ਨਜ਼ਰੀਏ ਤੋਂ ਦੇਖੀਏ ਤਾਂ ਮਾਂ-ਬਾਪ ਦੇ ਨਾਲ ਜਿਹੜਾ ਰਿਸ਼ਤਾ ਟੁੱਟਦਾ ਜਾ ਰਿਹਾ, ਉਹਨਾਂ ਦੀ ਸੇਵਾ ਭਾਵ ਨਹੀਂ ਆਉਂਦਾ, ਉਹ ਕਿਵੇਂ ਸੁਧਰ ਸਕਦਾ ਹੈ? ਉਹ ਉਸ ਰੀਮਾ ਜੀ ਉਸ ਵਿਕਾਸਹੀਣੀ ਸਥਿਤੀ ਵਿੱਚੋਂ ਹੀ ਉਪਜਿਆ। ਕੱਲੀ ਵਿਦਿਆ ਲੈ ਲੈਣੀ, ਲੇਕਿਨ ਵਿਦਿਆ ਅੰਦਰੋਂ ਨਾ ਜਗਾਉਣੀ, ਅੰਦਰੋਂ ਸੰਵੇਦਨਾ ਨਾ ਜਗਾਉਣੀ ਜਿਹੜੀ ਸੁੱਤੀ ਹੋਈ ਹੈ। ਤੇ ਫਿਰ ਬਾਬੇ ਕਹਿੰਦੇ ਆ ਨਾ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ। ਠੀਕ ਹੈ ਜੀ। ਉਹ ਬੰਦਾ ਆਪਦੇ ਲੋਭ ਦੀ ਖਾਤਰ, ਆਪਦੀ ਪੋਜੀਸ਼ਨ ਦੀ ਖਾਤਰ ਵੀ ਮੈਂ ਵੱਡਾ ਦਿਸਾਂ, ਉਹ ਹੰਕਾਰ ਹੀ ਇੱਕ ਕਿਸਮ ਦਾ, ਹੰਕਾਰ ਦਾ ਹੀ ਉਹ ਵਿਕਾਰ ਦਾ ਰੂਪ ਆ ਕੇ। ਸਾਰੇ ਜਿਹੜੇ ਵਿਕਾਰ ਨੇ ਨਾ, ਉਹ ਆਪਣੀ ਉਸ ਝੂਠੀ ਹੋਂਦ ਜਿਹੜੀ ਨਿਰਮਿਤ ਕੀਤੀ ਬੰਦੇ ਨੇ, ਉਹਦੇ ਦੁਆਲੇ ਖੜੇ ਹੋਏ ਨੇ ਸਾਰੇ। ਫਿਰ ਜਦੋਂ ਉਹਦੇ ਅੰਦਰ ਸੰਵੇਦਨਾ ਨਹੀਂ ਜਾਗੀ, ਉਹ ਵਿਦਿਆ ਦੀ ਜਾਗਰਤੀ ਨਹੀਂ ਹੋਏਗੀ, ਉਹਨੇ ਆਪਣੇ ਹਨੇਰੇ 'ਚ ਦੀਵਾ ਨਹੀਂ ਬਾਲਿਆਗਾ, ਤਾਂ ਉਹ ਮਾਤਾ ਪਿਤਾ ਕੀ ਆਸ ਰੱਖਣਗੇ ਉਹਦੇ ਤੋਂ? ਮਾਤਾ ਪਿਤਾ ਦੀ ਸੇਵਾ ਤਾਂ ਹੈ ਹੀ ਹੈ। ਮੈਂ ਤਾਂ ਇਹ ਸੋਚਦਾ ਕਿ ਜੇ ਵਿਦਿਆ ਵਾਲਾ ਬੰਦਾ ਹੈ, ਉਹਦੇ ਤੋਂ ਤਾਂ ਕਿਸੇ ਪੰਛੀ ਨੂੰ, ਕਿਸੇ ਦਰਖਤ ਨੂੰ, ਧਰਤ ਮਾਂ ਨੂੰ, ਪਾਣੀ ਨੂੰ
ਪੂਰੀ ਕਿਸੇ ਕਾਇਨਾਤ ਦੇ ਵਿੱਚੋਂ ਕਿਸੇ ਵੀ ਹੋਂਦ ਨੂੰ ਦੁੱਖ ਨਹੀਂ ਮਿਲਣਾ ਚਾਹੀਦਾਗਾ। ਉਹਦੀ ਤਾਂ ਇੰਨੀ ਸੰਵੇਦਨਾ ਜਾਗਣੀ ਚਾਹੀਦੀ ਹੈਗੀ ਆ, ਉਹ ਤਾਂ ਇੰਨਾ ਜਾਗਰੂਕ ਹੋਣਾ ਚਾਹੀਦਾ ਹੈ। ਤੇ ਮਾਤਾ ਪਿਤਾ ਤਾਂ ਸਭ ਤੋਂ ਨੇੜੇ ਨੇ, ਤੇ ਜਦੋਂ ਮਾਤਾ ਪਿਤਾ ਹੀ ਸਾਡੇ ਬਿਰਧ ਆਸ਼ਰਮਾਂ 'ਚ ਰੁਲ ਗਏ, ਔਰ ਥੋੜੀ ਜੀ ਮੈਂ ਇਹੀ ਗੱਲ ਨਹੀਂ, ਇਕੱਲੀ ਮਾਤਾ ਪਿਤਾ ਨੂੰ ਛੱਡਣ ਦੀ ਗੱਲ ਹੀ ਨਹੀਂ ਜੀ, ਹੈਰਾਨੀ ਇਸ ਗੱਲ ਦੀ ਹੈ ਕਿ ਕਈ ਵਾਰਾਂ ਛੋਟੀ ਜੀ ਨੌਕਰੀ ਮਿਲਦੀ ਬੰਦੇ ਨੂੰ ਤਾਂ ਉਹ ਵੀ ਆਪਣੇ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ। ਜਿਹੜੇ ਪਿੰਡ 'ਚੋਂ ਫਿਰਿਆ ਖੇਡਿਆ, ਉੱਥੋਂ ਦੀ ਕਣਕ ਖਾਧੀ ਉਹਨੇ, ਰੋਟੀ ਖਾਧੀ ਆ, ਉਹਦੀ ਹੀ ਵੀ ਨਹੀਂ ਪਿੰਡਾਂ ਦੇ ਲੋਕ ਨਹੀਂ ਚੰਗੇ, ਆਪਾਂ ਨੂੰ ਸ਼ਹਿਰ ਰਹਿਣਾ ਚਾਹੀਦਾ। ਇਹ ਦਖਲ ਦਿੰਦੇ ਨੇ ਇੱਕ ਦੂਜੇ 'ਚ। ਸੋ ਸਾਡੇ ਉਹਦਾ ਮਤਲਬ ਉਹਦੀ ਭਾਈਚਾਰਕ ਜਿਹੜੀ ਸਾਂਝ ਟੁੱਟ ਗਈ, ਜਿਹੜੀ ਸਾਂਝ ਹੈ ਉਹ ਉੱਨਤ ਨਹੀਂ ਹੋਈ ਜੀ। ਵਿਦਿਆ ਨੇ ਉੱਨਤ ਕਰਨੀ ਸੀ ਨਾ, ਉਹ ਭਾਈਚਾਰਕ ਸਾਂਝ ਉੱਨਤ ਕਰਨੀ ਸੀਗੀ, ਉਹ ਉੱਨਤ ਨਹੀਂ ਹੋਏਗੀ। ਇਸ ਕਰਕੇ ਉਹ ਇਕੱਲਾ ਰਹਿਣਾ ਚਾਹੁੰਦਾ ਹੈ। ਉਹ ਚਾਹੁੰਦਾ ਕਿ ਮੇਰੇ ਵਿੱਚ ਕੋਈ ਦਖਲ ਨਾ ਦੇਵੇ, ਠੀਕ ਹੈ। ਉਹ ਆਪਣੇ ਤੋਂ ਨੀਵਿਆਂ ਨੂੰ ਜਾਂ ਜਿਨ੍ਹਾਂ ਨੂੰ ਨੌਕਰੀ, ਉਹ ਨੌਕਰੀ ਵਾਲੇ ਬੰਦੇ ਜਿਹੜੇ ਥੋੜੇ ਜਿਹੇ ਉਦੋਂ ਉੱਚੇ ਨੇ, ਉਹਨਾਂ 'ਚ ਰਹਿਣਾ ਚਾਹੁੰਦਾ ਹੈ। ਉਹ ਉਹਨਾਂ 'ਚ ਨਹੀਂ ਰਹਿਣਾ ਚਾਹੁੰਦਾਗਾ। ਜਿਹੜੇ ਹਜੇ ਵਿਚਾਰੇ ਅਨਪੜ੍ਹ ਹੈ ਜਾਂ ਉਹਨਾਂ ਨੂੰ ਕੋਈ ਲੋੜ ਹੈ ਸਹਾਰੇ ਦੀ, ਉੱਥੇ ਨਹੀਂ ਰਹਿਣਾ ਚਾਹੁੰਦਾਗਾ। ਸੋ ਉਹ ਵਿਦਿਆ ਨਹੀਂ ਗਈ ਉਹ ਜੀ। ਹੌਲੀ ਹੌਲੀ ਟੁੱਟਦਾ ਮਨੁੱਖ ਫਿਰ ਇੱਕ ਦਿਨ ਕੁਦਰਤ ਤੋਂ ਵੀ ਟੁੱਟ ਜਾਂਦਾ ਹੈ, ਪਰ ਸਿੱਖਣਾ ਸਾਰੀ ਉਮਰ ਜਾਰੀ ਰਹਿੰਦਾ ਹੈ। ਇਹ ਮਾਂ ਤੁਹਾਨੂੰ ਸਭ ਤੋਂ ਪਹਿਲਾਂ ਸਬਕ ਦਿੰਦੀ, ਉਸ ਤੋਂ ਬਾਅਦ ਸਾਰੀ ਉਮਰ ਇਹ ਸਬਕ ਚੱਲਦਾ ਰਹਿੰਦਾ ਹੈ। ਬੰਦਾ ਤਾਂ ਉਮਰ ਸਿੱਖਦਾ ਰਹਿੰਦਾ ਹੈ ਔਰ ਅਨੁਭਵ ਦੇ ਨਾਲ ਹੀ ਉਹ ਸਿੱਖਦਾ ਹੈ। ਪਰ ਕੁਦਰਤ ਜਿਹੜੀ ਹੈ ਉਹ ਵੀ ਬਹੁਤ ਕੁਝ ਸਿਖਾਉਂਦੀ ਹੈ। ਇੱਥੇ ਮੈਨੂੰ ਤੁਹਾਡਾ ਉਹ ਲੇਖ ਯਾਦ ਆ ਰਿਹਾ ਹੈ ਜੋ 10ਵੀਂ ਕਲਾਸ ਦੇ ਵਿੱਚ ਵੀ ਲੱਗਾ ਹੈ, ਕੁਦਰਤ ਦੇ ਨਾਲ ਜੁੜਿਆ ਹੋਇਆ। ਆਮ ਤੌਰ 'ਤੇ ਆਪਾਂ ਇਹ ਵੀ ਗੱਲ ਕਹਿ ਦਿੰਦੇ ਹਾਂ ਕਿ ਜਦੋਂ ਪੌਣ ਪਾਣੀ ਸਾਨੂੰ ਸਿਖਾਉਂਦੇ ਨੇ, ਨਦੀਆਂ ਜੇ ਰੁੱਕ ਜਾਣ ਤੇ ਪਾਣੀ ਸੜ ਜਾਏਗਾ, ਜੇ ਪੱਤੇ ਡਿੱਗਣ ਨਾ ਤੇ ਨਵੇਂ ਪੱਤੇ ਨਹੀਂ ਆਉਣਗੇ। ਸੋ ਇਹ ਕੁਦਰਤ ਵੀ ਸਾਨੂੰ ਇੱਕ ਸੋਹਣਾ ਸੁਨੇਹਾ ਦਿੰਦੀ ਹੈ। ਕੁਦਰਤ ਸਾਨੂੰ ਕਿਵੇਂ ਸਿਖਾਉਂਦੀ, ਸਾਨੂੰ ਕਿਵੇਂ ਉਹਦੇ ਤੋਂ ਸਿੱਖਣਾ ਚਾਹੀਦਾ ਹੈ। ਬਾਬਾ ਫਰੀਦ ਹੋਰਾਂ ਨੇ ਕਿਹਾ ਸੀ ਨਾ ਜੀ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀ ਰਾਂਦ, ਵੀ ਰੁੱਖਾਂ ਵਰਗਾ ਬਣੇ ਨਾ। ਜੇ ਤੁਸੀਂ ਬੰਦੇ ਨੇ ਬਣਨਾ ਹੈਗਾ ਤਾਂ ਰੁੱਖਾਂ ਵਰਗਾ ਜੀਵਨ ਹੋਵੇ ਉਹਦਾ, ਜਿਹੜਾ ਸਾਰੀ ਉਮਰ ਛਾਂ ਦਿੰਦਾ ਹੈ, ਖੁਦ ਧੁੱਪ ਲੈ ਕੇ ਵੀ ਲੋਕਾਂ ਨੂੰ ਛਾਂ ਦਿੰਦਾ ਹੈ। ਬੰਦੇ ਦੇ ਸਾਰੀ ਉਮਰ ਕੰਮ ਆਉਂਦਾ ਹੈਗਾ ਜੀ। ਪਰ ਜਦੋਂ ਅਸੀਂ ਰੁੱਖਾਂ ਨੂੰ ਵੀ ਸਾੜਨਾ ਸ਼ੁਰੂ ਕਰਤਾ ਹੈ, ਰੁੱਖਾਂ ਦੇ ਨਾਲ ਉਹਨਾਂ ਦੀ ਕਟਾਈ, ਉਹਨਾਂ ਦੇ ਪੰਛੀਆਂ ਦੇ ਆਲ੍ਹਣੇ ਅਸੀਂ ਅਲੋਪ ਕਰ ਰਹੇ ਹੈਗੇ ਆ, ਤਾਂ ਫਿਰ ਕੁਦਰਤ ਦੀ ਸਿੱਖਿਆ ਕਿੱਥੇ ਰਹਿ ਗਈ ਹੈ? ਉਹ ਤੋਂ ਕਿੱਥੇ ਤਾਂ ਸਿੱਖਣਾ ਸੀਗਾ ਉਸ ਬਿਰਖ ਤੋਂ, ਅਸੀਂ ਕਿੱਥੇ ਤਾਂ ਉਹਨਾਂ ਪਾਣੀਆਂ ਤੋਂ ਸਿੱਖਣਾ ਸੀਗਾ ਜਿਹੜਾ ਵਗ ਰਿਹਾ ਹੈਗਾ, ਸੀਤਲ ਦੇ ਰਿਹਾ ਹੈਗਾ। ਕਿੱਥੇ ਅਸੀਂ ਪਾਣੀਆਂ 'ਚ ਜ਼ਹਿਰਾਂ ਰਲਾਤੀਆਂ ਹੈਗੀਆਂ। ਆਪਣੀ ਤਰੱਕੀ ਵਾਸਤੇ ਮਨੁੱਖ ਨੇ ਇਹ ਨਹੀਂਗਾ ਕਿ ਉਹਨੂੰ ਬਹੁਤ ਕੁਝ ਚਾਹੀਦਾ ਹੈਗਾ, ਚਾਹੀਦਾ ਤਾਂ ਉਹਨੂੰ ਥੋੜ੍ਹਾ ਕੁਝ ਹੀ ਹੁੰਦਾ ਹੈਗਾ, ਬਸ ਉਹਦੇ ਮਨ ਦਾ ਖਲਾਅ ਹੈਗਾ ਜਿਹੜਾ ਸਾਰੀਆਂ ਚੀਜ਼ਾਂ ਕਰਾਉਂਦਾ ਹੈਗਾ। ਸੋ ਜਿਹੜੇ ਤੁਸੀਂ ਲੇਖ ਦੀ ਗੱਲ ਕੀਤੀ, ਉਹ ਲੇਖ ਸੀਗਾ ਜੀ ਕਲਾਤਮਕ ਰੁਚੀਆਂ, ਪ੍ਰਕਿਰਤੀ ਤੇ ਪਹਿਚਾਨ। ਵੀ ਬੰਦੇ ਨੂੰ ਜੇਕਰ ਆਪਣੀਆਂ ਕਲਾਤਮਕ ਰੁਚੀਆਂ ਦੀ ਪਹਿਚਾਨ ਨਹੀਂ ਗੀ ਤਾਂ ਫਿਰ ਬੰਦਾ ਵਿਕਰਤ ਹੋ ਜਾਂਦਾ ਹੈ ਜੀ। ਕਿਉਂਕਿ ਮਨੁੱਖ ਦੇ ਅੰਦਰ ਊਰਜਾ ਬਹੁਤ ਹੈ। ਕੁਦਰਤ ਨੇ, ਪ੍ਰਮਾਤਮਾ ਨੇ ਉਹਦੇ ਅੰਦਰ ਊਰਜਾ ਬੜੀ ਭਰੀ ਹੈਗੀ ਹੈ। ਉਹ ਊਰਜਾ ਨੂੰ ਕੋਈ ਨਾ ਕੋਈ ਕੰਮ ਤਾਂ ਚਾਹੀਦਾ ਹੈ। ਜੇਕਰ ਉਹਨੂੰ ਤੁਸੀਂ ਸਾਰਥਕ ਨਹੀਂ ਕਰੋਗੇ ਤਾਂ ਉਹ ਨਿਰਾਰਥਕ ਕੰਮਾਂ ਵੱਲ ਆਏਗੀ। ਬਿਲਕੁਲ। ਜੇ ਉਹ ਸਾਰੂ ਨਹੀਂ ਹੋਏਗੀ ਤਾਂ ਫਿਰ ਢਾਹੂ ਹੋਏਗੀ। ਸੋ ਉਹਦਾ ਕਾਰਨ ਹੈ ਕਿ ਜਦੋਂ ਸਾਡੇ ਬੱਚਿਆਂ ਨੂੰ ਤੁਸੀਂ ਕੋਈ ਚਿੱਤਰਕਾਰੀ ਨਹੀਂ ਸਿਖਾ ਰਹੇਗੇ, ਬੱਚਿਆਂ ਦੀ ਰੁਚੀ ਹੈਗੀ ਆ ਗਣਿਤ ਵਿੱਚ, ਲੇਕਿਨ ਗਣਿਤ ਦੀਆਂ ਖੇਡਾਂ ਨਹੀਂ ਸਿਖਾ ਰਹੇ ਉਹਨਾਂ ਨੂੰ। ਬੱਚਿਆਂ ਦੀ ਰੁਚੀ ਹੈਗੀ ਆ ਬੋਲਣ ਦੇ ਵਿੱਚ, ਤੁਸੀਂ ਉਹਨੂੰ ਡਿਬੇਟ ਨਹੀਂ ਸਿਖਾ ਰਹੇਗੇ, ਵਾਦ ਵਿਵਾਦ ਨਹੀਂ ਸਿਖਾ ਰਹੇਗੇ, ਕਿਸੇ ਮਸਲੇ ਤੇ ਸੰਵਾਦ ਕਰਨਾ ਨਹੀਂ ਸਿਖਾ ਰਹੇਗੇ। ਬੱਚਿਆਂ ਦੀ ਰੁਚੀ ਸਿਰਜਣ ਵਿੱਚ ਹੈ, ਤੁਸੀਂ ਉਹਨੂੰ ਕਵਿਤਾ ਲਿਖਣੀ ਨਹੀਂ ਸਿਖਾ ਰਹੇਗੇ। ਬੱਚੇ ਦੀ ਰੁਚੀ ਚਿੱਤਰ ਪਾਉਣ ਦੇ ਵਿੱਚ ਹੈ, ਤੁਸੀਂ ਉਹਨੂੰ ਬਿਲਡਿੰਗ ਦੇ ਚਿੱਤਰ, ਬੱਦਲ ਕੀ ਕਹਿ ਰਹੇ ਨੇ, ਚੰਦਰਮਾ ਕੀ ਕਹਿ ਰਿਹਾ ਹੈਗਾ, ਉਹਨਾਂ ਦੇ ਚਿੱਤਰ, ਉਹਨਾਂ ਦੀ ਤਸਵੀਰਾਂ ਜੇ ਕਿਤੇ ਬਣਾਉਣੀਆਂ ਸਿਖਾ ਦਿਓ, ਉਧਰਲੇ ਪਾਸੇ ਲਗਾ ਦਿਓ, ਤਾਂ ਜ਼ਰੂਰ ਉਹਨਾਂ ਦੀ એનર્ਜੀ ਜਿਹੜੀ ਹੈਗੀ ਆ ਉਸ ਪਾਸੇ ਲੱਗ ਜਾਂਦੀ ਹੈਗੀ ਆ ਜੀ। ਜੇਕਰ ਨਹੀਂ ਸਿਖਾਓਗੇ ਤਾਂ ਉਹ ਫਿਰ ਵੱਟੇ ਮਾਰੇਗਾ, ਸ਼ੀਸ਼ੇ ਭੰਨੂਗਾ, ਕੁਰਸੀਆਂ ਮੁੱਧੀਆਂ ਮਾਰੂਗਾ ਅਧਿਆਪਕਾਂ ਦੀਆਂ। ਉਹਨਾਂ ਦੇ ਕਿਤੇ ਬੋਰਡ ਦੇਖੋ, ਤੁਸੀਂ ਉਹਨਾਂ ਦੇ ਵਾਸ਼ਰੂਮਾਂ ਦਾ ਹਾਲ ਦੇਖੋ, ਜਾ ਕੇ ਬੱਚੇ ਕੀ ਕੁਛ ਲਿਖ ਰਹੇ ਨੇ, ਸਾਡੀਆਂ ਬੱਸਾਂ ਤੇ ਝਰੀਟਾਂ ਦੇਖੋ, ਤੁਸੀਂ ਅੱਡਿਆਂ ਤੇ ਖੜ ਕੇ ਕਿਤੇ ਦੇਖੋ, ਜਰਾ ਨਜ਼ਰ ਤਾਂ ਮਾਰ ਕੇ ਦੇਖੀਏ ਸਾਡਾ ਕਿਵੇਂ ਉਹ ਵਿਕਰਤੀਆਂ ਨਿਕਲ ਰਹੀਆਂ ਨੇ ਸਾਡੀਆਂ ਕੰਧਾਂ ਤੇ, ਸਾਡੀਆਂ ਕੁਰਸੀਆਂ ਤੇ, ਸੀਟਾਂ ਤੇ, ਪਾਰਕਾਂ ਦੇ ਵਿੱਚ। ਇਹ ਸਾਰਾ ਉਹ ਰੋਗ ਦਾ ਕਾਰਨ ਹੈ ਜੀ। ਉਹ ਰੋਗ ਹੈ ਉਹ ਜਿਹੜਾ ਕਿ ਅਸੀਂ ਸਾਰਥਕ ਕਰਨਾ ਸੀ ਵਿਦਿਆ ਦੇ ਨਾਲ, ਉਹ ਵਿਕਾਸ ਕਰਨਾ ਸੀਗਾ, ਲੇਕਿਨ ਉਸ ਵਿਕਾਸਹੀਣੀ ਸਥਿਤੀ ਦੀ ਇਹ ਅਸੀਂ ਭੁਗਤ ਰਹੇ ਹੈਗੇ ਆ ਜੀ। ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਆਮ ਤੌਰ 'ਤੇ ਅਸੀਂ ਵਿਦਿਆ ਨੂੰ ਇੱਕ ਦਾਇਰੇ ਦੇ ਵਿੱਚ ਬੰਨ੍ਹ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਮਤਲਬ ਕਿ ਆਰਟਸ ਹੋ ਗਿਆ, ਸਾਇੰਸ ਹੋ ਗਈ, ਹੈ ਨਾ, ਅਸੀਂ ਇਹਨਾਂ ਮੈਡੀਕਲ, ਨਾਨ ਮੈਡੀਕਲ ਹੋ ਗਿਆ, ਬਟ ਅਸੀਂ ਉਸੇ ਪੁਰਾਣੇ ਢਰਰੇ ਦੇ ਉੱਪਰ ਚੱਲੀ ਜਾ ਰਹੇ ਹਾਂ ਕਿ ਸਾਨੂੰ ਇਹ ਢਰਰਾ ਬਦਲਣ ਦੀ ਲੋੜ ਹੈ, ਸਾਨੂੰ ਬੱਚਿਆਂ ਨੂੰ ਉਹਨਾਂ ਦੀ ਰੁਚੀ ਦੇ ਮੁਤਾਬਕ ਚੱਲਣ ਦੀ ਲੋੜ ਹੈ। ਇਹ ਬੜੀ ਜ਼ਰੂਰਤ ਹੈ ਜੀ, ਇਹ ਬੇਹੱਦ ਜ਼ਰੂਰਤ ਹੈ, ਕਿਉਂਕਿ ਬੱਚੇ ਨੂੰ ਮੁੱਢਲੀ ਸਿੱਖਿਆ ਦੇਣ ਤੋਂ ਬਾਅਦ ਉਹਦੀ ਰੁਚੀ ਜਾਣਨੀ ਬੜੀ ਜ਼ਰੂਰੀ ਹੈ।
ਪਰ ਜਿਵੇਂ ਮੁਨਸ਼ੀ ਪ੍ਰੇਮ ਚੰਦ ਹੈ, ਉਹ ਹੁਣ ਲਿਖਦੇ ਹੈਗੇ ਆ ਵੀ ਮੈਨੂੰ ਜਿਹੜਾ ਹਿਸਾਬ ਹੈ ਕਹਿੰਦਾ ਮੈਨੂੰ ਗੌਰੀ ਸ਼ੰਕਰ ਦੀ ਚੋਟੀ ਲੱਗਦੀ ਸੀ। ਹੁਣ ਦੂਜੇ ਪਾਸੇ ਦੇਖੋ ਕਿੱਡਾ ਵੱਡਾ ਸਾਹਿਤਕਾਰ ਆ ਉਹ। ਜੇ ਕਿਤੇ ਅਧਿਆਪਕ ਨੇ ਉਹਨੂੰ ਉਸ ਵੇਲੇ ਹੀ ਪਛਾਣ ਲਿਆ ਹੁੰਦਾ ਤਾਂ ਹੋ ਸਕਦਾ ਹੈ ਕਿ ਮੁਨਸ਼ੀ ਪ੍ਰੇਮ ਚੰਦ ਨੂੰ ਉਹ ਜਿਹੜੀ ਕਠਿਨਤਾਈ ਹੈ ਨਾ ਝੱਲਣੀ ਪੈਂਦੀ। ਰਾਜੀਵ ਦੀਕਸ਼ਿਤ ਜਿਹੜੇ ਸੀ ਸਾਡੇ ਹੁਣ ਤਾਂ ਹੈ ਨਹੀਂ ਗੇ, ਉਹਨਾਂ ਨੇ ਕਾਫੀ ਅੱਛੀਆਂ ਖੋਜਾਂ ਕੀਤੀਆਂ ਨੇ ਆਯੁਰਵੇਦ ਦੇ ਵਿੱਚ। ਉਹ ਕਹਿ ਰਹੇ ਸਨ ਕਿ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਥਿਊਰਮ ਮੈਨੂੰ ਕਿਉਂ ਪੜ੍ਹਾਈ ਜਾ ਰਹੀ ਹੈ, ਕਿਉਂ ਮੈਨੂੰ ਕੁੱਟਿਆ ਜਾ ਰਿਹਾ ਉਹਦੇ ਬਾਰੇ। ਮੈਂ ਇੰਨਾ ਉਲਝਦਾ ਹੁੰਦਾ ਸੀਗਾ। ਰਵਿੰਦਰਨਾਥ ਟੈਗੋਰ ਨੂੰ ਦੇਖੋ ਤੁਸੀਂ, ਉਹਨੂੰ ਕਿੰਨੀਆਂ ਚੁਣੌਤੀਆਂ ਸਾਹਮਣਾ ਕਰਨਾ ਪਿਆ ਹੈਗਾ। ਉਹਦੇ ਪੇਰੈਂਟ ਕਹਿੰਦੇ ਸੀ ਵੀ ਨਹੀਂ ਤੈਨੂੰ ਡਾਕਟਰੀ ਬਣਾਉਣਾ ਹੈਗਾ, ਉਹ ਕਹਿੰਦਾ ਮੇਰੀ ਡਾਕਟਰ 'ਚ ਨਹੀਂ ਰੁਚੀ। ਠੀਕ ਹੈ ਜੀ, ਜੇ ਕਿਤੇ ਉਧਰ ਚਲਾ ਜਾਂਦੇ ਉਹ ਧੱਕੇ ਦੇ ਨਾਲ, ਚਲੋ ਉਹਨਾਂ 'ਚ ਤਾਂ ਸੰਕਲਪ ਸੀਗਾ ਤੇ ਫਿਰ ਅਸੀਂ ਐਡਾ ਵੱਡਾ ਕਵੀ ਖੋ ਦੇਣਾ ਸੀ ਨਾ। ਸੋ ਇਹ ਬੜੀ ਜ਼ਰੂਰਤ ਹੈ ਛੋਟਿਆਂ ਹੁੰਦਿਆਂ ਹੀ ਬੱਚੇ ਨੂੰ ਉਹਦੀ ਰੁਚੀ ਪਹਿਚਾਨਣੀ, ਅਧਿਆਪਕ ਦੀ ਤੇ ਮਾਤਾ ਪਿਤਾ ਦੀ। ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਪ੍ਰੋਫੈਸਰ ਹੁੰਦੇ ਸੀ, ਉਹਨਾਂ ਨੇ ਆਪਣੇ ਬੇਟੇ ਨੂੰ ਬਰਜਿੰਦਰਾ ਕਾਲਜ ਵਿੱਚ ਜਦੋਂ ਅਸੀਂ ਪੜ੍ਹਦੇ ਸੀਗੇ, ਉਹਨਾਂ ਨੇ ਬੇਟੇ ਨੂੰ ਕਿਹਾ ਵੀ ਤੂੰ ਨਾਨ ਮੈਡੀਕਲ ਹੀ ਰੱਖਣੀ ਆ। ਔਰ ਉਹਦਾ ਨਤੀਜਾ ਦੇਖੋ ਤੁਸੀਂ, ਬੱਚਾ ਅਗਲੇ ਦਿਨ ਗੱਡੀ ਥੱਲੇ ਆ ਕੇ ਮਰ ਗਿਆ। ਠੀਕ ਹੈ ਜੀ, ਕਿਉਂ ਦਬਾਅ ਪਾਇਆ ਜਾ ਰਿਹਾ ਹੈਗਾ ਬੱਚੇ ਦੇ ਅੰਦਰ? ਕੁਦਰਤ ਨੇ ਹਰ ਇੱਕ ਬੰਦੇ ਨੂੰ ਵਿਲੱਖਣਤਾ ਬਖਸ਼ੀ ਹੈਗੀ ਆ, ਔਰ ਉਸ ਵਿਲੱਖਣਤਾ ਦੀ ਪਹਿਚਾਣ ਕਰਨੀ ਇਹ ਸਾਡੇ ਅਧਿਆਪਕਾਂ ਦਾ, ਮਾਤਾ ਪਿਤਾ ਦਾ, ਸਾਡੇ ਸਮਾਜ ਸੇਵੀਆਂ ਦਾ ਵੀ ਕੰਮ ਹੈਗਾ ਵਿੱਚ ਇਹਦੇ, ਉਹਨੂੰ ਮਦਦ ਕਰਨੀ ਉਹਦੀ। ਜੀ, ਤੁਸੀਂ ਸਮਾਜ ਸੇਵੀਆਂ ਦੀ ਗੱਲ ਕੀਤੀ ਹੈ। ਜਿਹੜੇ ਸਮਾਜ ਸੇਵੀ ਨੇ ਉਹ ਵੀ ਬਹੁਤ ਜ਼ਿਆਦਾ ਹੁੱਬ ਕੇ ਸਮਾਜ ਦੀ ਸੇਵਾ ਦੇ ਵਿੱਚ ਆਉਂਦੇ ਨੇ, ਵਿਕਾਸ ਦੇ ਵਿੱਚ ਮਦਦ ਕਰਦੇ ਨੇ। ਇਸ ਮਾਮਲੇ ਦੇ ਵਿੱਚ ਉਹ ਕਿਵੇਂ ਜਨਤਾ ਦੀ ਸੇਵਾ ਕਰ ਸਕਦੇ ਨੇ ਔਰ ਵਿਕਾਸ ਜਿਹੜਾ ਉਹ ਅੱਗੇ ਲਿਜਾਉਣ ਦੇ ਵਿੱਚ ਮਦਦ ਕਰ ਸਕਦੇ ਨੇ? ਉਹਨਾਂ ਨੇ ਦੇਖਿਆ ਹੁੰਦਾ ਜੀ ਬਹੁਤ ਕੁਝ, ਕਿਉਂਕਿ ਉਹ ਵੱਖ-ਵੱਖ ਸੰਸਥਾਵਾਂ ਜਾਂਦੇ ਨੇ, ਵੱਖ-ਵੱਖ ਵਿਅਕਤੀਆਂ ਨਾਲ ਵਾਹ ਪੈਂਦਾ ਉਹਨਾਂ ਦਾ। ਉਹ ਕੁਝ ਚੰਗਿਆਈਆਂ ਦੱਸ ਸਕਦੇ ਨੇ ਜੀ। ਠੀਕ ਹੈ, ਜਿਵੇਂ ਪਿੱਛੇ ਜੇ ਅਸੀਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਆ ਫਰੀਦਕੋਟ ਬਣੀ ਹੋਈ ਆ, ਚੰਦ ਬਾਜਾ ਹੋਰੀ ਉਹਦੇ ਪ੍ਰਧਾਨ ਨੇ, ਤੇ ਅਸੀਂ ਕਾਪੀਆਂ ਲੈ ਕੇ ਜਾਂਦੇ ਸੀ ਬੱਚਿਆਂ ਕੋਲੇ, ਔਰ ਕਾਪੀਆਂ ਦੀ ਜਿਲਦ ਦੇ ਉੱਤੇ ਪਾਣੀ ਕਿਵੇਂ ਬਚਾਉਣਾ, ਰੁੱਖ ਕਿਵੇਂ ਬਚਾਉਣੇ ਆ, ਕੈਂਸਰ ਕਿਵੇਂ ਹੋ ਰਿਹਾ ਸਾਡੇ ਪੰਜਾਬ ਨੂੰ, ਸਾਡੇ ਪਸ਼ੂਆਂ ਨੂੰ, ਬੰਦਿਆਂ ਨੂੰ ਤਾਂ ਹੈ ਹੀ, ਬੱਚਿਆਂ ਨੂੰ ਹੋ ਰਿਹਾ ਹੈਗਾ, ਤੇ ਉਹ ਸਾਡੀ ਧਰਤੀ ਨੂੰ ਹੋ ਰਿਹਾ ਹੈਗਾ। ਸੋ ਉਹਦੀ ਅਸੀਂ ਕਿਵੇਂ ਬੱਚਤ ਕਰਨੀ ਹੈਗੀ। ਨਾਲ ਇਹ ਸਬਕ ਇਹ ਸਮਾਜ ਸੇਵੀ ਸੰਸਥਾਵਾਂ ਦੇ ਕੰਮ ਨੇ। ਸਮਾਜ ਸੇਵੀ ਸੰਸਥਾਵਾਂ ਦਾ ਇੰਨਾ ਕੰਮ ਨਹੀਂਗਾ ਕਿ ਖੜ ਕੇ ਫੋਟੋ ਖਿਚਾ ਲਈ ਤੇ ਅਗਲੇ ਦਿਨ ਅਖਬਾਰ 'ਚ ਦੇਤੀ। ਉਹਨਾਂ ਦਾ ਫਿਕਰਮੰਦੀ ਜ਼ਰੂਰੀ ਹੈਗੀ ਹੈ ਕਿ ਬੱਚਾ ਸਮਾਜ ਜਾ ਕਿੱਧਰ ਰਿਹਾ ਹੈਗਾ, ਕਿਉਂਕਿ ਨਤੀਜੇ ਦੇਖਦੇ ਨੇ। ਉਹ ਨਸ਼ੇੜੀ ਵਿਦਿਆਰਥੀਆਂ ਨੂੰ ਦੇਖਦੇ ਨੇ, ਨਸ਼ੇੜੀ ਹੋਇਆਂ ਨੂੰ, ਟੀਕੇ ਲਾਉਂਦਿਆਂ ਨੂੰ ਦੇਖ ਰਹੇ ਨੇ, ਉਹ ਹਸਪਤਾਲਾਂ 'ਚ ਜਾ ਕੇ ਦੇਖ ਰਹੇ ਨੇ। ਸੋ ਉਹਨਾਂ ਸਥਿਤੀਆਂ ਤੋਂ ਜਾਣੂ ਕਰਾਉਣਾ, ਪੜ੍ਹ ਰਹੇ ਬੱਚਿਆਂ ਨੂੰ, ਅਧਿਆਪਕਾਂ ਨੂੰ ਜਾਣੂ ਕਰਾਉਣਾ, ਉਹਨਾਂ ਨੂੰ ਦਿਸ਼ਾ ਦੇਣੀ ਕਿ ਤੁਸੀਂ ਨਾਲ ਆਪਣੇ ਸਿਲੇਬਸ ਦੇ ਨਾਲ ਆ ਵੀ ਚੀਜ਼ਾਂ ਕਰਨੀਆਂ ਸ਼ੁਰੂ ਕਰੋ। ਜੀ, ਇਹ ਕੰਮ ਹੋ ਸਕਦਾ ਉਹਨਾਂ ਦਾ। ਜੀ, ਇੱਕ ਹੋਰ ਗੱਲ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਹੈ ਕਿ ਜਦੋਂ ਅਸੀਂ ਆਮ ਤੌਰ ਤੇ ਇਹ ਗੱਲ ਕਰਦੇ ਹਾਂ ਕਿ ਜਿਹੜੇ ਬੱਚੇ ਨੇ ਇਹਨਾਂ ਨੂੰ ਸਿੱਖਿਆ ਜਿਹੜੀ ਆ ਵੱਡਿਆਂ ਤੋਂ ਹੀ ਮਿਲਦੀ ਹੈ। ਜੇ ਮਾਂ-ਬਾਪ ਝੂਠ ਬੋਲਣਗੇ, ਉਹ ਪਦਾਰਥਵਾਦੀ ਹੋਣਗੇ, ਉਹ ਕੋਈ ਗਲਤ ਕੰਮ ਕਰਨਗੇ ਤੇ ਬੱਚਿਆਂ ਤੇ ਵੀ ਉਨਾ ਹੀ ਅਸਰ ਪਏਗਾ। ਟੀਚਰ ਇੱਦਾਂ ਕਰੇਗਾ ਤਾਂ ਉਹ ਵੀ ਉਹਨਾਂ ਤੇ ਇੱਦਾਂ ਹੀ ਅਸਰ ਪਏਗਾ। ਸੋ ਇਹ ਸਾਡਾ ਜਿਹੜਾ ਵੱਡੇ ਲੋਕ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਸਮਝਾਉਣਾ ਚਾਹੀਦਾ ਹੈ ਔਰ ਇਹ ਗੈਪ ਕਿਵੇਂ ਖਤਮ ਕਰਨਾ ਚਾਹੀਦਾ, ਔਰ ਬੱਚਿਆਂ ਨੂੰ ਵੀ ਕਿ ਵੱਡੇ ਹੋ ਕੇ ਅਸੀਂ ਆਪਣੇ ਬਜ਼ੁਰਗਾਂ ਦੀ ਜਿਹੜੀ ਸੇਵਾ ਕਰੀਏ, ਉਹਨਾਂ ਨੂੰ ਅਣਗੌਲਿਆਂ ਨਾ ਕਰੀਏ। ਇਹ ਤਾਲਮੇਲ ਕਿਵੇਂ ਹੋਵੇ? ਰੀਮਾ ਜੀ, ਤੁਸੀਂ ਆਪਾਂ ਅਧਿਆਪਕਾਂ ਦੀ ਗੱਲ ਕਰ ਲਈ, ਚਲੋ ਉਹ ਪਾੜਾ ਹੈਗਾ ਵਿੱਚ, ਹੈ ਨਾ, ਜੋ ਸਮਝਾ ਰਹੇ ਨੇ ਉੱਥੋਂ ਤੱਕ ਨਹੀਂ ਪਹੁੰਚਦਾਗਾ। ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ ਕਿ ਜੇ ਸਿੱਖਣਾ ਹੀ ਚਾਹਵੇ ਤਾਂ ਬੰਦਾ, ਇਮਾਮ ਗਜ਼ਾਲੀ ਜਿਹੜੇ ਨਾ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਜੀ, ਉਹਨਾਂ ਨੂੰ ਪੀਰਾਂ ਵਾਂਗ ਲੋਕ ਪੂਜਦੇ ਸੀਗੇ। ਉਹ ਆਪਣੀ ਛੋਟੇ ਹੁੰਦਿਆਂ ਦੀ ਗੱਲ ਦੱਸਦੇ ਆ। ਕਹਿੰਦੇ ਮੈਂ ਬਸਤਾ ਆਪਣਾ ਮੋਢੇ ਤੇ ਪਾਇਆ, ਕਿਤਾਬਾਂ ਭਰੀਆਂ, ਕਿਤਾਬਾਂ ਦਾ ਬਹੁਤ ਸ਼ੌਂਕ ਸੀਗਾ ਜੀ। ਰਸਤੇ 'ਚ ਤੁਰਿਆ ਜਾ ਰਿਹਾ, ਲੁਟੇਰੇ ਮਿਲ ਗਏ। ਲੁਟੇਰੇ ਕਹਿੰਦੇ ਸਭ ਕੁਝ ਫੜਾ ਦੇ ਸਾਨੂੰ, ਨਹੀਂ ਤਾਂ ਜਾਨ ਤੋਂ ਹੱਥ ਧੋ ਲੇਗਾ। ਉਹ ਕਹਿੰਦਾ ਜੀ ਮੇਰੇ ਕੋਲੇ ਕੱਪੜੇ ਆ ਤੇ ਆ ਮੇਰੇ ਕੋਲੇ ਬਸਤਾ ਹੈਗਾ ਇੱਕ ਕਿਤਾਬਾਂ ਦਾ। ਕਹਿੰਦੇ ਚੱਲ ਤੇਰਾ ਕੱਪੜੇ ਤਾਂ ਕੀ ਤੇਰੇ ਲਵਾਉਣੇ ਆ, ਤੂੰ ਬਸਤਾ ਦੇ ਆਪਣਾ ਕਿਤਾਬਾਂ, ਇਹ ਅਸੀਂ ਆਪੇ ਵੇਚ ਲਾਂਗੇ। ਉਹ ਖੋ ਕੇ ਲੈ ਗਿਆ ਤੇ ਉਹ ਫਿਰ ਪਿੱਛੇ ਭੱਜਿਆ ਉਹਨਾਂ ਦੇ। ਉਹ ਕਹਿੰਦਾ ਜੀ ਤੁਹਾਡੇ ਕਿਸੇ ਕੰਮ ਨਹੀਂ, ਤੁਸੀਂ ਤਾਂ ਰੱਦੀ 'ਚ ਵੇਚੋਗੇ, ਲੇਕਿਨ ਮੇਰੀ ਜ਼ਿੰਦਗੀ ਹੈ, ਮੈਂ ਤਾਂ ਜਦੋਂ ਵੀ ਕੋਈ ਜ਼ਰੂਰਤ ਪਏਗੀ ਮੈਨੂੰ, ਮੈਂ ਤਾਂ ਕਿਤਾਬ ਖੋਲ ਕੇ ਉਹ ਤੋਂ ਸੇਧ ਲੈਣੀ ਹੈਗੀ ਆ। ਤੇ ਕਹਿੰਦੇ ਇੱਕ ਡਾਕੂ ਜਿਹੜਾ ਉਹਨਾਂ 'ਚੋਂ ਲੁਟੇਰਾ ਸੀਗਾ, ਹੱਸਿਆ ਉੱਚੀ ਸਾਰੀ, ਕਹਿੰਦਾ ਅੱਛਾ, ਕਹਿੰਦਾ ਤੂੰ ਜਦੋਂ ਤੈਨੂੰ ਜ਼ਿੰਦਗੀ 'ਚ ਮੁਸ਼ਕਲ ਪਏਗੀ ਜਾਂ ਲੋੜ ਪਏਗੀ ਤਾਂ ਕਿਤਾਬਾਂ ਖੋਲ ਕੇ ਵੇਖੇਂਗਾ। ਕੀ ਕਹਿੰਦਾ ਤੇਰਾ ਦਿਮਾਗ ਦਾ ਫਾਇਦਾ ਤੇ ਕੀ ਤੇਰੀ ਪੜ੍ਹਾਈ ਦਾ ਫਾਇਦਾ? ਪੜ੍ਹਾਈ ਤਾਂ ਦਿਲ 'ਚ ਹੋਣੀ ਚਾਹੀਦੀ, ਦਿਮਾਗ 'ਚ ਹੋਣੀ ਚਾਹੀਦੀ ਹੈ। ਤਾਂ ਉਹਨੇ ਕਹਿੰਦੇ ਡਾਕੂ ਨੇ ਉਹਨੂੰ ਫੜਾਤਾ, ਕਹਿੰਦਾ ਜਾ ਲੈ ਜਾ ਬਸਤਾ। ਉਹ ਇਮਾਮ ਗਜ਼ਾਲੀ ਨੂੰ ਉੱਥੇ ਠੋਕਰ ਵੱਜੀ ਤਾਂ ਉਹਨੇ ਆਪਣੀ ਕੱਲਾ ਇੰਨਾ ਹੀ ਨਹੀਂ, ਕੱਲਾ ਦਿਮਾਗ ਤੇ ਦਿਲ 'ਚ ਹੀ ਨਹੀਂ ਪਾਈ, ਉਹਨੇ ਧੁਰ ਤੱਕ ਵਸਾ ਕੇ ਤੇ ਪੂਰੀ ਦੁਨੀਆ ਨੂੰ ਵੰਡਣੀ ਸ਼ੁਰੂ ਕਰ ਦਿੱਤੀ। ਸੋ ਅਧਿਆਪਕ ਤੇ ਮਾਤਾ ਪਿਤਾ ਦੀ ਗੱਲ ਤਾਂ ਬਹੁਤ ਨੇੜੇ ਦੀ ਹੈ ਨਾ। ਮੈਂ ਕਹਿੰਦਾ ਵੀ ਤੁਹਾਨੂੰ ਹਰ ਬੰਦੇ ਤੋਂ ਸਿੱਖ ਸਕਦੇ ਹੋ ਤੁਸੀਂ ਜੀ। ਠੀਕ ਹੈ ਜੀ, ਹਾਂ।
ਜੀ ਬਿਲਕੁਲ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਮਾਂ-ਬਾਪ ਇਹ ਸਾਡੀ ਪੂਰੀ ਕਾਇਨਾਤ ਸਾਨੂੰ ਸਿਖਾਉਂਦੀ ਹੈ। ਵਿੱਦਿਆ ਤੇ ਵਿਕਾਸ ਦੇ ਵਿੱਚ ਇੱਕ ਪੂਰਾ ਇੱਕ ਪ੍ਰੋਸੈਸ ਚੱਲਦਾ ਹੈ। ਜਲਦੀ ਦੇ ਵਿੱਚ ਸੁਨੇਹਾ ਕੀ ਦੇਣਾ ਚਾਹੋਗੇ? ਸੁਨੇਹਾ ਇਹੀ ਹੈ ਜੀ ਵੀ ਤੈਥੋਂ ਤੂੰ ਗਵਾਚਿਆ, ਤੈਥੋਂ ਤੂੰ ਗਵਾਚਿਆ, ਵੇਖੀ ਕਦੇ ਫਰੋਲ, ਪਰਦਿਆਂ ਵਿੱਚੋਂ ਨਿਕਲ ਕੇ ਦਿਲ ਦੀ ਤਾਕੀ ਖੋਲ। ਕਿਆ ਬਾਤ ਜੀ। ਸੱਚ ਸਿਦਕ ਨੂੰ ਸਾਂਭ ਲੈ ਰੂਹ ਅਨਮੋਲ, ਆਦ ਅੰਤ ਤੂੰ ਆਪ ਹੈ, ਬੰਦ ਪਰਾਂ ਨੂੰ ਖੋਲ। ਉਹ ਬੰਦ ਪਰ, ਉਹ ਸੰਵੇਦਨਾ ਦੇ ਪਰ ਖੋਲੋ ਤੇ ਸਾਡੇ ਮਾਤਾ ਪਿਤਾ ਨੂੰ ਬਚਾ ਲਓ, ਸਾਡਿਆਂ ਵੱਡਿਆਂ ਨੂੰ ਬਚਾ ਲਓ, ਸਾਡੀ ਧਰਤ ਨੂੰ ਬਚਾ ਲਓ, ਸਾਡੀ ਕਾਇਨਾਤ ਨੂੰ ਬਚਾ ਲਓ। ਇਹੀ ਸਾਡੀ ਵਿੱਦਿਆ, ਇਹੀ ਸਿੱਖਿਆ ਹੈ ਜੀ। ਦਵਿੰਦਰ ਸੈਫੀ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਸਾਰਾ ਧੰਨਵਾਦ। ਪੂਰੀ ਦੂਰਦਰਸ਼ਨ ਟੀਮ ਦਾ ਸ਼ੁਕਰੀਆ ਜੀ, ਧੰਨਵਾਦ। ਜਦ ਤੱਕ ਸਾਗਰ ਵਿੱਚ ਆਪ ਰਵੇ ਐ ਰੱਬਾ, ਐ ਰੱਬਾ ਉਹਨੇ ਚਿਰ ਤਾਈਂ ਖੁਸ਼ ਸਾਡਾ ਏ ਪੰਜਾਬ ਰਵੇ। ਏਦਾਂ ਹੀ ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਛੱਡਣ ਸਾਥ ਦੇਣ ਲਈ ਫੜੀ ਜੇ ਬਾਹ ਹੋਵੇ, ਸੁੱਖ ਸੁੱਖ ਹੋਵਣ ਸਾਂਝੇ ਤੇ ਦਿਲਦਾਰੀ ਬਣੀ ਰਵੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਦੇਸੀ ਪੱਕਦਿਆਂ ਪੇਚਾਂ ਚੋਂ ਅਣਖਾਂ ਦੀ ਕੰਧ ਦਿਸੇ, ਸਿੰਘ ਦਾ ਪਿਸਟਲ ਦਾ ਟੱਠੀ ਸਰਹੰਦ ਦਿਸੇ, ਹੌਸਲਿਆਂ ਵਿੱਚ ਬਾਜਾ ਜਹੀ ਉਡਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਕਿੰਜ ਸਾਂਭਣਾ ਕਿੰਜ ਰੇਤਣਾ ਇਹ ਹਥਿਆਰਾਂ ਨੂੰ, ਬਚਾਉਣਾ ਜਿਗਰੀ ਯਾਰਾਂ ਨੂੰ, ਸਹਿਣਸ਼ੀਲਤਾ ਸੂਝ ਬੂਝ ਗਮ ਖਾਰੀ ਬਣੀ ਰਵੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਪਰਦੇਸੀਆਂ ਕੇ ਵੀ ਮੰਨਣ ਆਪਣੇ ਹੱਕਾਂ ਨੂੰ, ਰੱਖਣ ਸਦਾ ਸਜਾ ਕੇ ਤਨ ਮਨ ਅਤੇ